इतिहासी 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:35 ਹੋਏ ਨੇ। 8 ਦਸੰਬਰ ਦਾ ਦਿਨ ਬਰਾ 2021 ਦਾ ਬੁੱਧਵਾਰ ਹੈ। 23 ਮੱਘਰ ਨਾਨਕ ਸੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝ ਪਾਵਾਂਗਾ ਤਾਂ ਉਸ ਤੋਂ ਬਾਅਦ ਫਿਰ ਕਹਾਣੀ ਅੱਜ ਰਾਮ ਸਰੂਪ ਅਣਖੀ ਜੀ ਦੀ ਤੁਹਾਡੇ ਸਨਮੁਖ ਹੋਏਗੀ ਤੇ ਤੁਸੀਂ ਸ਼ਾਮਲ ਹੋਣਾ 144 247 1550 184424715550 ਤੇ ਆਉਣੇ ਨੰਬਰ ਹੈ ਸੈੱਲ ਫੋਨ ਨੰਬਰ 6047291224 ਦਾ 604729 1224। ਉੱਡ ਦੀਆਂ ਪੰਜ ਕੱਕਿਆਂ ਦੀ ਓਟ ਹੇਠਾਂ ਸ਼ਿੱਦਤਾਂ ਉੱਥੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਧਾਰ ਦਾ ਬਦੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜ ਕੇ ਬਾਜਾਂ ਦੇ ਭੂਸਲ ਖੰਭ ਤੋਂ ਝੜਦੇ ਨੇ ਉੱਥੇ ਫਲਸਫੇ ਤੇ ਬਹਿੰਦੀਆਂ ਨੇ ਕੋਰੀਆਂ ਰੁੱਤਾਂ ਪਲਾਥੀ ਮਾਰ ਕੇ ਕਰਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ ਰੋਹੀ ਦੇ ਰਾਗੀ ਬਾਬਰੇ ਝੂਮਰ ਸੁਰਾਂ ਦੀ ਤਾਰ ਤੇ ਜਦ ਵੀ ਹੈ ਉਹਨਾਂ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ ਕਾਲੇ ਸਿਆ ਪੈਂਡਿਆਂ ਨੂੰ ਚਾਨਣਾ ਵਿੱਚ ਰੰਗੜਾ ਰੇਤਾ ਵੀ ਭਰ ਕੇ ਚੁੰਗੀਆਂ ਪੌਣਾ ਦੇ ਉੱਤੇ ਬਹਿ ਗਿਆ ਕਿ ਆਖਦੇ ਕਿ ਸਤਿਗੁਰਾਂ ਨੇ ਅੱਜ ਬਣਾ ਚੋਂ ਲੰਘਣ ਜਦ ਪੀਂਦੀਆਂ ਤਾਂ ਅੱਖ ਦੇ ਡੋਡੇ ਦਾ ਰਸੀ ਪੀਂਦੇ ਜਦ ਲਾਉਂਦੀਆਂ ਸਿਰਹਾੜਾ ਇਹ ਟਿੰਡ ਦਾ ਹੀ ਲਾਉਂਦੀਆਂ ਰਾਤਾਂ ਨੇ ਹੱਦੋਂ ਠੰਡੀਆਂ ਪੈਰਾਂ 'ਚ ਸੂਲਾਂ ਪੁੜਦੀਆਂ ਮਾਛੀਵਾੜੇ ਦੇ ਜੰਗਲਾਂ 'ਚ ਖਾਲਸਾਈ ਮਸਤੀਆਂ ਨਿਰਵੈਰ ਹੈ ਸ਼ਾਹਕਾਰ ਹੈ ਤੀਰਾਂ ਦਾ ਉਹ ਆਕਾਰ ਜੋ ਕੇਵਲ ਵਿਨਾਸ਼ਕ ਹੀ ਨਹੀਂ ਨਵਰੁੱਤ ਦੀ ਟਕਸਾਲ ਹੈ ਕਲਮੇ ਦਸਮ ਦੀ ਨੋਕ ਚੋਂ ਸੁਰਖੀ ਜੋ ਖਿੰਡਗੀ ਬੇਲੀਓ ਵਗ ਰਹੇ ਪਾਣੀ ਉਹਨਾਂ ਦੇ ਕਿਣਕਿਆਂ ਦੀ ਝਾਲ ਹੈ ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦਵਾਰ ਹੈ ਪਾਣੀ ਦੇ ਕੱਚ ਤੇ ਉਸਦੇ ਧੁੱਪਾਂ ਦੇ ਬੁੱਤ ਹੀ ਤਖਤ ਨੇ ਸੂਰਜ ਦਾ ਚੰਨ ਹੱਦ ਹੈ ਕੁਲ ਜਗਤ ਹੀ ਪਰਿਵਾਰ ਹੈ ਇਹ ਕਿਸ ਦਾ ਜੁੱਸਾ ਲਿਸ਼ਕਦਾ ਸਾਡੇ ਵਿਹੜਿਆਂ ਦੀ ਧੁੱਪ ਚੋਂ ਕਿਸ ਦਾ ਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਵਈ ਉਹ ਕੌਣ ਸੀ ਜਿਸ ਦੇ ਮਗਰ ਤੁਰ ਪਏ ਸੀ ਪੈੜਾਂ ਪੂਜਦੇ ਕਲਗੀ ਨਗਾਰਾ ਚਾਨਣੀ ਝੰਡੇ ਤਖਤ ਕਿਰਪਾਨ ਬਈ ਗੋਬਿੰਦ ਹੀ ਹੈ ਸਾਡੇ ਆਜ਼ਾਦ ਸਾਹਾਂ ਦੀ ਲੜੀ ਗੋਬਿੰਦ ਹੀ ਸਾਡੀ ਜ਼ੁਬਾਨ ਦਾ ਸਭ ਤੋਂ ਉੱਚਾ ਵਾਕ ਹੈ ਗੋਬਿੰਦ ਹੀ ਸੁੱਕਾ ਸਖਤ ਗੋਬਿੰਦ ਹੀ ਤਰ ਮਖਮਲੀ ਗੋਬਿੰਦ ਅੱਕ ਸੰਦਲ ਹਵਾ ਠੂਠਾ ਸਿੰਘਾਸਨ ਖਾਕ ਹੈ ਨਵਰਤ ਦੀ ਟਕਸਾਲ ਹਰਮਨਜੀਤ ਲਿਖਦੇ ਆ 12:40 ਹੋਏ ਆ ਜੀ। ਖਬਰਾਂ ਜਿਹੜੀਆਂ ਭਾਰਤ ਤੋਂ ਆ ਰਹੀਆਂ ਨੇ ਜਨਰਲ ਬਿਪਿਨ ਰਾਵਤ ਦਾ ਦੀ ਜਿਹੜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਘਰਵਾਲੀ ਦੀ ਜਿਹੜੀ ਮੌਤ ਹੋਈ ਹੈ ਉਸ ਦੀਆਂ ਵੱਡੀਆਂ ਖਬਰਾਂ ਆ ਰਹੀਆਂ 13 ਜਣੇ ਪੂਰੇ ਇਸ ਦੇ ਵਿੱਚ ਕ੍ਰੈਸ਼ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਇਹ ਬਹੁਤ ਸਟਰੋਂਗ ਤੇ ਬਹੁਤ ਉੱਪਰਲੀਆਂ ਸਫਾਂ ਦੇ ਵਿੱਚ ਜਨਰਲ ਵਿਪਨ ਰਾਵਤ ਸਨ ਜਿਵੇਂ ਮੋਦੀ ਹੋਰੀ ਤੇ ਅਮਿਤ ਸ਼ਾਹ ਤੇ ਡੋਵਾਲ ਤੇ ਵਿਪਨ ਰਾਵਤ ਗੜਵਾਲ ਦੇ ਰਹਿਣ ਵਾਲੇ ਸੀ ਡੋਵਾਲ ਉਹਨੂੰ ਵੀ ਗੜਵਾਲ ਦੇ ਰਹਿਣ ਵਾਲੇ ਦੇਵ ਭੂਮੀ ਕਹਿੰਦੇ ਸ਼੍ਰੀਨਗਰ ਤੋਂ ਉੱਪਰਲਾ ਜਿਹੜਾ ਸਾਰਾ ਜਿਹੜਾ ਰਿਸ਼ੀਕੇਸ਼ ਤੋਂ ਸਭ ਉੱਪਰਲਾ ਏਰੀਆ ਬਦਰੀਨਾਥ ਕੇਦਾਰਨਾਥ ਤੱਕ ਉਧਰੇ ਹੇਮਕੁੰਡ ਹੈ ਜੋਸ਼ੀ ਮੱਠ ਤੇ ਸ਼੍ਰੀਨਗਰ ਉਰਲੇ ਬੰਨਿਆ ਚਮੋਲੀ ਸਾਰੇ ਪ੍ਰਯਾਗ ਨੇ ਉੱਥੇ ਅਲਕਨੰਦਾ ਜਿਹੜੀ ਗੰਗਾ ਬਣਦੀ ਹੈ ਉੱਪਰੋਂ ਆਉਂਦੀ ਹੈ ਉਹਦੇ ਵਿੱਚ ਬਾਕੀ ਭਾਗੀਰਥੀ ਆ ਕੇ ਮਿਲਦੀ ਹੈ ਉਹਦੇ ਸਾਰੇ ਪ੍ਰਯਾਗ ਨੇ ਦੇਵ ਪ੍ਰਯਾਗ ਰੁਦਰ ਪ੍ਰਯਾਗ ਅਸ਼ਟ ਪ੍ਰਯਾਗ ਇਹ ਨਾਮ ਨੇ ਸ਼੍ਰੀਨਗਰ ਵੀ ਉਹੀ ਹੈ ਛੇਵੇਂ ਪਾਤਸ਼ਾਹ ਇਹ ਵੀ ਸ਼੍ਰੀਨਗਰ ਚ ਗਏ ਨੇ ਜਿਹੜਾ ਇਹ ਗੜਵਾਲ ਵਾਲਾ ਰਿਟਾਇਰ ਹੋਣ ਤੋਂ ਬਾਅਦ ਸਰਕਾਰਾਂ ਦੀ ਮਰਜ਼ੀ ਹੈ ਉਹਨਾਂ ਨੇ ਕਿਹਨਾਂ ਨੂੰ ਰਿਟਾਇਰ ਕਰਨਾ ਕਿਹਨਾਂ ਨੂੰ ਨਹੀਂ ਆਰਮੀ ਚੀਫ ਤੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਫਿਰ ਇੱਕ ਨਵੀਂ ਪੋਸਟ 2019 ਦੇ ਵਿੱਚ ਸੈੱਟ ਕਰਕੇ ਉਹਨਾਂ ਨੂੰ ਚੀਫ ਆਫ ਆਰਮ ਫੋਰਸ ਜਿਹੜਾ ਸਟਾਫ ਚੀਫ ਜਿਹੜਾ ਉਹਨਾਂ ਨੂੰ ਬਣਾਇਆ ਗਿਆ ਪਹਿਲਾਂ ਨਹੀਂ ਸੀ ਇਹ ਓਵਰਹਾਲ ਕਰਨ ਲਈ ਸਰਕਾਰ ਆਪਣੇ ਸਾਰੀ ਤਿੰਨੇ ਅੰਗ ਮਿਲਟਰੀ ਦੇ ਉਹਨਾਂ ਤੇ ਜਿਹੜੀ ਉਹਨਾਂ ਦੀ ਨਿਗਾਹ ਸੀ
ਚੀਫ ਆਫ ਡਿਫੈਂਸ ਸਟਾਫ ਜਿਹੜੀ ਇਹ CDS ਜਿਹੜੀ ਇਹ ਕੱਢੀ ਸੀ, ਮਿਲਟਰੀ ਕੈਰੀਅਰ ਦੇ ਵਿੱਚ ਉਹਨਾਂ ਦੀਆਂ ਕਈ ਜਨਰੇਸ਼ਨ ਜਿਹੜੀਆਂ ਨੇ, ਪਹਿਲਾਂ ਉਹਨਾਂ ਦੇ ਪਿਤਾ ਤੋਂ ਲੈ ਕੇ ਆਪ ਅੱਗੇ ਬੱਚੇ, ਤੇ ਕਈ ਉਹਨਾਂ ਦੇ ਐਕਸ਼ਨ ਵੱਡੇ ਉਹਨਾਂ ਦੇ ਨਾਂ ਦੇ ਨਾਲ ਜਿਹੜੇ ਜੁੜੇ ਹੋਏ ਆ। ਰਾਵਤ ਉਹਨਾਂ ਨੇ ਇੱਕ ਸਰਜੀਕਲ ਸਟ੍ਰਾਈਕ ਜਿਹੜੀ ਬਰਮਾ ਦੇ 2015 ਚ ਹੋਈ ਸੀ, ਨਾਗਾ ਰੈਬਲਸ ਤੇ ਨਾਗਾ ਵਿਦਰੋਹੀਆਂ ਤੇ ਹਮਲਾ ਕੀਤਾ ਸੀ, ਤੇ 2017 ਦੇ ਵਿੱਚ ਆਰਮੀ ਅਫੀਸਰ ਨੇ ਇੱਕ ਸਿਵਲੀਅਨ ਨੂੰ ਜੀਪ ਦੇ ਮੂਹਰੇ ਬੰਨ ਲਿਆ ਸੀ ਕਸ਼ਮੀਰ ਦੇ ਵਿੱਚ, ਉਹਨੂੰ ਵੀ ਬਹਾਦਰੀ ਦਾ ਪੁਰਸਕਾਰ ਦਿੱਤਾ ਇਹਨਾਂ ਨੇ। ਤੇ ਸੋ ਇਹ ਹੁਣ ਜਿਹੜੀ ਇਹ ਗੱਲ ਹੋਈ ਹੈ M1 17V5 ਬੜਾ ਇਹ ਰਸ਼ੀਅਨ ਚੌਪਰ ਸੀ, ਬੜਾ ਸੇਫ ਸੀ, ਪਰ ਜਦ ਆਉਣ ਲੱਗੀ ਫਿਰ ਨਹੀਂ ਕੋਈ ਬਚਾ ਸਕਦਾ। ਟ੍ਰੈਜਿਕ ਡੈਥ ਹੋਈ ਹੈ ਤੇ ਇਸ ਤੇ ਬੜੇ ਪ੍ਰਤੀਕਰਮ ਸਾਰੀ ਦੁਨੀਆ ਦੇ ਵਿੱਚੋਂ ਹੋ ਰਹੇ ਨੇ। ਦੂਸਰੇ ਪਾਸੇ ਲੰਡਨ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਕਿ ਜਿੱਥੇ ਲੋਕਾਂ ਨੂੰ ਅਕਲਾਂ ਦੇ ਰਿਹਾ ਬੋਸ ਜੌਨਸਨ, ਜਿਹਦੀ ਵਿਦੇਸ਼ ਮੰਤਰੀ ਪ੍ਰੀਤੀ ਪਟੇਲ ਨਵੇਂ ਕੀਰਤੀਮਨ ਸਥਾਪਿਤ ਕਰ ਰਹੀ ਹੈ। ਹੁਣ ਇੱਕ ਨਵਾਂ ਲਾਅ ਜਿਹੜਾ ਬਣ ਜਾ ਰਿਹਾ ਵੀ ਕਿਸੇ ਦੀ ਵੀ ਨਾਗਰਿਕਤਾ ਉੱਥੋਂ ਜਿਹੜੀ ਉਹ ਰੱਦ ਕੀਤੀ ਜਾਏਗੀ। ਕਿਸੇ ਸਮੇਂ ਵੀ ਸਰਕਾਰ ਕਿਸੇ ਤੋਂ ਬਾਹਰਲੇ ਤੋਂ ਨਾਗਰਿਕਤਾ ਲੈ ਸਕਦੀ, ਉਹਨਾਂ ਦੇ ਆਪਣੇ ਨਹੀਂ, ਜਿਹੜੇ ਬਾਹਰੋਂ ਹੋਏ ਨੇ ਆ ਕੇ, ਤੇ ਉਹਨਾਂ ਤੋਂ ਜ਼ਿਆਦਾ ਜਿਹੜੇ ਨੇ ਆਈਸਿਸ ਦੇ ਨਾਲ ਜੁੜੇ ਹੋਏ, ਜਿਹੜੀਆਂ ਆਈਸਿਸ ਬ੍ਰਾਈਡਸ ਉਹਨਾਂ ਦੇ ਲਈ ਤੇ ਪ੍ਰੀਤੀ ਪਟੇਲ ਪੂਰਾ ਜ਼ੋਰ ਕਰ ਰਹੀ ਹੈ। ਤੇ BJP ਦੇ ਨਾਲ ਉਹਦੀ ਜਿਹੜੀ ਨੇੜਤਾ ਤੇ ਗੁਜਰਾਤ ਤੋਂ ਉਹਦਾ ਪਿਛੋਕੜ ਕਈ ਚੀਜ਼ਾਂ ਦਰਸਾਉਂਦਾ। ਬੋਰਿਸ ਜੌਨਸਨ ਦੇ ਦਫ਼ਤਰ ਦੇ ਵਿੱਚ 20 ਦਸੰਬਰ ਨੂੰ ਵੱਡੀ ਪਾਰਟੀ ਹੋਈ 2020 ਪਿਛਲੇ ਸਾਲ। ਲੋਕਾਂ ਨੂੰ ਸੁਨੇਹਾ ਦੇ ਰਹੇ ਨੇ ਤੇ ਬਿਲਕੁਲ ਇਕੱਠੇ ਨਹੀਂ ਹੋਣਾ, ਇਕੱਠ ਨਹੀਂ ਕਰ ਸਕਦੇ ਇੱਥੇ, ਜਿਹੜੀਆਂ ਡਰਿੰਕਸ ਡਿਨਰ ਤੇ ਡਾਂਸ, ਉਸ ਤੋਂ ਬਾਅਦ ਜਿਹੜੇ ਤੋਹਫੇ ਨੇ ਉਹ ਇੱਕ ਦੂਜੇ ਨੂੰ ਦਿੱਤੇ ਜਾ ਰਹੇ ਨੇ। ਹੁਣ ਬਸ ਉਹ ਥੱਲੜਾ ਜਿਹੜਾ ਏਰੀਆ ਉਹਦੀਆਂ ਜਿਹੜੀਆਂ ਅਸਤੀਫੇ ਉਹਨਾਂ ਦਿੱਤੇ ਜਾਣਗੇ ਤੇ ਆਪ ਹੁਣ ਇਨਕੁਆਰੀ ਦੀ ਮੰਗ ਹੋ ਰਹੀ। ਇਸ ਤਰ੍ਹਾਂ ਹੀ ਹੁੰਦਾ ਇਹ ਜਿਹੜੀਆਂ ਕਹਾਣੀਆਂ ਦੱਸਣ ਦੀਆਂ ਲੋਕਾਂ ਨੂੰ ਹੋਰ ਨੇ। ਰਾਜਨੀਤਿਕ ਪੈਂਤੜਾ ਜਿਹੜਾ ਹੈ ਉਹ ਸਾਰੇ ਇੱਕੋ ਜਿਹਾ ਹੀ ਹੁੰਦਾ। ਇੱਥੇ ਰਾਜਨੀਤਿਕ ਪੈਂਤੜਾ ਆਮ ਲੋਕਾਂ ਨੂੰ ਤੰਗ ਨਹੀਂ ਕਰਦਾ, ਇਹਦੇ ਕਰਕੇ ਲੋਕ ਤਵੱਜੋ ਘੱਟ ਦਿੰਦੇ ਆ ਬਸ। ਉੱਥੇ ਆਪਾਂ ਸਿੱਧੇ ਇਹਨਾਂ ਤੋਂ ਅਫੈਕਟ ਹੁੰਦੇ, ਮੁਤਾਸਰ ਹੁੰਦੇ, ਇਹਨਾਂ ਬਿਨਾਂ ਹੁੰਦਾ ਕੱਖ ਨਹੀਂ। ਤਾਂ ਉੱਥੇ ਗੁਲਾਮੀ ਕਰਨੀ ਪੈਂਦੀ ਹੈ ਸਵੇਰ ਤੋਂ ਲੈ ਕੇ ਆਥਣ ਤੱਕ। ਇੱਥੇ ਆਮ ਲੋਕਾਂ ਦੇ ਕੰਮ ਨਹੀਂ ਰੁਕਦੇ, ਪਰ ਇਹ ਨਹੀਂ ਮਤਲਬ ਹੈ ਬਈ ਰਾਜਨੀਤਿਕ ਜਿਹੜੇ ਲੋਕ ਨੇ ਉਹ ਆਨੰਦ ਨਹੀਂ ਲੈਂਦੇ। ਕਰੀਮ ਤਾਂ ਇਹ ਵੀ ਛਕਦੇ ਆ, ਇੱਥੇ ਵੀ ਉਹੀ ਕੰਮ ਚੱਲਦਾ। ਹਾਂ, ਇੱਥੇ ਅਪੋਲੋਜਾਈਜ਼ ਜਿਹੜਾ ਕਰਨਾ, ਅਪੋਲੋਜੀ ਤੇ ਆਮ ਸੌਰੀ, ਇਹ ਬਹੁਤ ਕਾਮਨ ਸ਼ਬਦ ਨੇ। ਇੱਥੇ ਦੀ ਸੱਭਿਅਕ ਜਿਹੜੀ ਸੁਸਾਇਟੀ ਆ, ਜਿਹੜਾ ਭਾਈਚਾਰਾ, ਉਹ ਮਾਫ ਵੀ ਕਰ ਦਿੰਦਾ ਵੀ ਚੱਲ ਯਾਰ ਗਲਤੀ ਮੰਨ ਲਈ ਹੈ ਤੇ ਬਸ ਪਿੱਛੇ ਨਹੀਂ ਜਾਂਦਾ। ਦੂਸਰੀ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਭਾਈਚਾਰੇ ਨੂੰ। 88 ਤੇ ਨਾ 132 ਤੇ ਨਾਰਥ ਵਾਲੇ ਪਾਸੇ, ਉੱਤਰ ਵਾਲੇ ਪਾਸੇ, ਉਸ ਇੰਟਰਸੈਕਸ਼ਨ ਤੋਂ ਇੱਕ ਮਾਤਾ ਜੀ ਖੜਦੇ ਨੇ ਆਪਣੇ। ਉਹ ਮਾਤਾ ਜੀ ਗੱਡੀਆਂ ਜਦ ਖੜਦੀਆਂ ਨੇ ਤਾਂ ਲੋਕਾਂ ਤੋਂ ਪੈਸੇ ਮੰਗਦੇ ਆ ਖਿੜਕੀ ਖੋਲ ਕੇ। ਇਹ ਜਿਨ੍ਹਾਂ ਦੇ ਵੀ ਉਹ ਹੈਗੇ ਨੇ ਬਜ਼ੁਰਗ, ਜਾਂ ਫਿਰ ਜਿਨ੍ਹਾਂ ਨੇ ਕੋਈ ਕਦੇ ਦੇਖਣਾ, ਨੇੜੇ ਰੋਕ ਕੇ ਉਹਨਾਂ ਨੂੰ ਕਹੋ ਵੀ ਮਾਤਾ ਜੀ ਇਹ ਕੰਮ ਨਾ ਕਰੋ। ਇਹ ਕੀ ਸ਼ੁਰੂ ਕੀਤਾ ਹੋਇਆ? ਇਹ ਬਹੁਤ ਵੱਡਾ ਜਿਹੜਾ ਇੱਕ ਵਿਸ਼ਾ ਹੈ ਕਮਿਊਨਿਟੀ ਦੇ ਵਿੱਚ। ਇਹ ਬਜ਼ੁਰਗਾਂ ਦੀ ਸਾਂਭ ਸੰਭਾਲ ਆ ਜਿਹੜੀ ਉਹ ਘੱਟ ਹੁੰਦੀ ਹੈ। ਇਹਦੇ ਤੇ ਇੱਕ ਪਾਸੇ ਦੀ ਰਾਏ ਨਹੀਂ ਹੈ ਵੀ ਬਜ਼ੁਰਗਾਂ ਨੂੰ ਸਾਂਭ ਸੰਭਾਲ ਉਹਨਾਂ ਨਹੀਂ। ਬਜ਼ੁਰਗਾਂ ਦੇ ਵੀ ਆਪਣੇ ਆਪ ਰਸਤੇ ਬਣਾਏ ਹੋਏ ਨੇ, ਜਿਨ੍ਹਾਂ ਦੇ ਉੱਪਰੋਂ ਉਹ ਬਦਲਾਅ ਉਮਰ ਦੇ ਹਿਸਾਬ ਦੇ ਨਾਲ ਜਾਂ ਪਰਿਵਾਰ ਨੂੰ ਵੇਖ ਕੇ
ਉਹਨਾਂ ਦੇ ਹਿਸਾਬ ਦੇ ਨਾਲ ਬਜ਼ੁਰਗ ਵੀ ਨਹੀਂ ਬਦਲਦੇ। ਸਮਾਂ ਵੇਖ ਕੇ ਗੱਲ ਕਰਨੀ, ਕਿਹੜੀ ਗੱਲ ਕਰਨੀ, ਕਿੱਥੇ ਉਹਨਾਂ ਨੇ ਇੰਟਰ ਕਰਨਾ, ਕਿੱਥੇ ਨਹੀਂ ਕਰਨਾ, ਕਿੱਥੇ ਉਹਨਾਂ ਨੇ ਗੱਲ ਕਰਨੀ ਹੈ ਪਰਿਵਾਰ 'ਚ ਨਹੀਂ ਕਰਨੀ, ਇਹ ਬਹੁਤ ਕੁਝ ਹੈ। ਇਹਦੇ ਤੇ ਹੁਣ ਠੀਕ ਹੈ, ਬਹੁਤ ਇਹ ਵੀ ਹੋਣਗੇ, ਕਪੁੱਤ ਵੀ ਹੋਣਗੇ ਜਿਹੜੇ ਮਾਪਿਆਂ ਨੂੰ ਸਾਂਭਦੇ ਨਹੀਂ, ਪਰ ਜਿੱਥੇ ਮਾਪਿਆਂ ਦੀ ਸੇਵਾ ਸੰਭਾਲ ਹੁੰਦੀ ਹੈ, ਜੇ ਉੱਥੇ ਮਾਪੇ ਉਹੀ ਕੁਹਾੜੀ ਬਾਹਾਂ ਰੱਖਦੇ ਨੇ, ਜਿੱਥੇ ਉਹਨਾਂ ਨੂੰ ਜਿਵੇਂ ਮਰਜ਼ੀ ਹੈ ਜਿਹੜਾ ਕੁਝ ਕਰਨਾ ਉਹੀ ਕਰਦੇ ਨੇ। ਤਾਂ ਮੈਂ ਕੱਲ ਵੀ ਜਿਹੜੀ ਕਿਹਾ ਸੀ, ਜਿਹੜਾ ਫੋਨ ਵਾਲਾ ਕੰਮ ਹੋਇਆ ਨਾ ਸ਼ੁਰੂ, ਇਹਨੇ ਬਹੁਤ ਘਰਾਂ ਦੀ ਬਰਬਾਦੀ ਕੀਤੀ। ਜੇ ਤੁਸੀਂ ਫੋਨ ਤੇ ਕੋਈ ਗੱਲ ਕਰਨੀ ਹੈ ਤਾਂ ਉਹਦੇ ਤੇ ਗੱਲ ਕੀ ਹੋਣੀ ਹੈ, ਕੋਈ ਨਾ ਕੋਈ ਘਰ ਦੀ ਗੱਲ ਜਿਹੜੀ ਤੁਹਾਡੀ ਬਾਹਰ ਜਾਣੀ ਹੈ। ਬਹੁਤ ਚੀਜ਼ਾਂ ਨੇ ਜਿਹੜੀਆਂ ਤੁਸੀਂ ਘਰ 'ਚ ਡਿਸਕਸ ਕਰਦੇ ਹੋ, ਬਾਹਰ ਨਹੀਂ ਕਰਨਾ ਚਾਹੁੰਦੇ। ਪਰ ਇਹ ਹੁਣ ਉਮਰ ਦਾ ਵੀ ਤਕਾਜ਼ਾ ਹੈ, ਤੇ ਇੱਕ ਇਹਦੇ ਬਟਨਾਂ ਤੇ ਹੱਥ ਮਾਰਨਾ ਮਾਪਿਆਂ ਨੂੰ, ਬਹੁਤ ਬਜ਼ੁਰਗਾਂ ਨੂੰ ਆ ਗਿਆ, ਉਹਨੂੰ ਟਿਕਣ ਨਹੀਂ ਦਿੰਦੀ ਮਾਵਾਂ ਖਾਸ ਤੌਰ ਤੇ। ਮਤਲਬ ਜਦ ਤੁਸੀਂ ਉਹਨੂੰ ਦੇਖੋ ਚਾਰਜ ਤੇ ਉਹ ਲੱਗਿਆ ਹੀ ਰਹਿੰਦਾ, ਮਤਲਬ ਉਹਦੀ ਐਡੀ ਵਰਤੋਂ ਹੈ। ਇਹ ਹੁਣ ਮਾਤਾ ਜੀ ਦਾ ਕੀ ਕਾਰਨ ਹੈ, ਇਹ ਕਿਉਂ ਉੱਥੇ ਪੈਸੇ ਮੰਗਦੇ ਨੇ, ਕੀ ਇਹਦੀ ਕਹਾਣੀ ਹੈ, ਇਹ ਪਲੀਜ਼ ਕੋਈ ਲੰਘੇ ਜਾਂਦੇ ਕਿਸੇ ਨੂੰ ਜਦ ਤੁਸੀਂ ਰੋਕ ਕੇ ਪੁੱਛਿਓ ਵੀ ਕਾਰਨ ਕੀ ਆ ਮਾਤਾ, ਕਿਉਂ ਤੂੰ ਪੈਸੇ ਮੰਗਦੀ ਹੈ, ਕਿਉਂ ਦਰਵਾਜ਼ੇ ਨਹੀਂ ਖਿੜਕੀਆਂ ਤੁਸੀਂ ਖੋਲ ਸਕਦੇ ਕਿਸੇ। ਤੋ ਇਹ ਇੱਕ ਪੈਨਸ਼ਨ ਦਾ ਜਿਹੜਾ ਬੜਾ ਇਸ਼ੂ ਹੈ, ਪੈਨਸ਼ਨ ਜਦ ਉਹਨਾਂ ਨੂੰ ਬਜ਼ੁਰਗਾਂ ਨੂੰ ਲੱਗ ਜਾਂਦੀ ਹੈ, ਉਹ ਪੈਨਸ਼ਨ $1000-1200 ਦੋ ਜਣਾ $2200, ਉਹਦੇ ਨਾਲ ਕੀ ਕਰ ਲਓਗੇ ਤੁਸੀਂ? ਹੁਣ ਅੱਜ ਦੇ ਮਹਿੰਗਾਈ ਦੇ ਵਿੱਚ ਤੁਸੀਂ ਓਨੇ ਦੇ ਨਾਲ ਇੱਕ ਬੇਸਮੈਂਟ ਅਫੋਰਡ ਨਹੀਂ ਕਰ ਸਕਦੇ। ਪਰਿਵਾਰ ਦੇ ਵਿੱਚ ਰਹਿੰਦੇ ਆ, ਪੁੱਤਾਂ ਧੀਆਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਸਤਿਕਾਰ ਦੇਣਾ, ਪਰ ਸਤਿਕਾਰ ਆਪ ਵੀ ਮਾਪਿਆਂ ਦਾ ਲੈਣ ਦਾ ਫਰਜ਼ ਹੈ। ਸਪੀਡ ਆ ਜਿਹੜੀ ਉਹ ਉਮਰ ਦੇ ਤਕਾਜ਼ੇ ਦੇ ਨਾਲ, ਉਮਰ ਦੇ ਹਿਸਾਬ ਨਾਲ ਠੀਕ ਰੱਖਣੀ ਚਾਹੀਦੀ। ਕਹਿੰਦੇ ਨੇ ਨਾ ਵੀ ਇੱਜ਼ਤ ਕਰਾਉਣ ਦੇ ਲਈ ਵੀ ਤੁਹਾਨੂੰ ਢੰਗ ਚਾਹੀਦੇ ਨੇ, ਵੀ ਕਿਵੇਂ ਮੈਂ ਇੱਜ਼ਤ ਕਰਾਂਗੀ। ਮੈਂ ਹੈਰਾਨ ਹੋ ਗਿਆ ਇਹ ਮਾਤਾ ਦੇ ਬਾਰੇ ਉਹ ਵੀਡੀਓ ਜੀ ਵੇਖ ਕੇ, ਕਿਸੇ ਨੇ ਭੇਜੀ, ਮੈਂ ਬਹੁਤ ਦਿਲ ਨੂੰ ਦੁੱਖ ਹੋਇਆ। ਇਹ ਕੀ ਕਹਾਣੀ ਹੈ ਯਾਰ, ਕਿਉਂ ਇਹ ਹੋ ਰਿਹਾ, ਕਿਉਂ ਮਾਤਾ ਪੈਸੇ ਮੰਗਦੀ ਹੈ? ਕੀ ਉਹਦੀ ਪੈਨਸ਼ਨ ਆ ਜਿਹੜੀ, ਜਾਂ ਉਹਦੇ ਕੋਲ ਹੈ ਨਹੀਂ, ਜਾਂ ਉਹਦੇ ਪੈਸੇ ਜਿਹੜੇ ਨੇ ਬਹੁਤ ਨੇ, ਧੀ ਪੁੱਤ ਜਿਹੜੇ ਕਾਰਡ ਕੂਡ ਮਾਪਿਆਂ ਦਾ ਲੈ ਲੈਂਦੇ ਨੇ ਬੈਂਕ ਦਾ, ਉਹ ਵੀ ਗਲਤ ਹੈ। ਦੂਸਰੇ ਪਾਸੇ ਉਹਨਾਂ ਲਈ ਵੀ ਗਲਤ ਹੈ, ਮਾਪਿਆਂ ਦੇ ਜੇ 4 ਪੈਸੇ ਜੁੜ ਗਏ ਤੇ ਉਹਨੂੰ ਭਾਰਤ ਦੇ ਰੁਪਈਆਂ ਦੇ ਵਿੱਚ ਗੁਣਾ ਕਰ ਕਰਕੇ ਜੇ ਉਹਦਾ ਤੁਸੀਂ ਡਮਰੂ ਵਜਾਈ ਜਾਣਾ, ਇੰਨੇ ਜੁੜ ਗਏ, ਇੰਨੇ ਜੁੜ ਗਏ, ਇੰਨੇ ਜੁੜ ਗਏ, ਇਹ ਕਹਾਣੀਆਂ ਨਹੀਂ ਸਹੀ। ਬਹੁਤ ਬੈਲੈਂਸ ਰੱਖਣ ਦੀ ਲੋੜ। ਬੁਢਾਪਾ ਜਿਹੜਾ ਸੋਨੇ ਰੰਗਾ ਜਿਹੜਾ ਸਮਾਂ ਹੈ, ਉਹਨੂੰ ਭੋਗਣਾ ਬਹੁਤ ਜ਼ਰੂਰੀ ਹੈ, ਪਰ ਉਹਦੀ ਤਰਤੀਬ ਆ ਕੋਈ। ਪੰਜਾਬ ਦੇ ਹੁਣ ਟ੍ਰਿਪ ਸਾਰੇ ਹੱਥਾਂ ਚੋਂ ਨਿਕਲ ਜਾ ਰਹੇ, ਉਹ ਜਾਣਾ ਹੀ ਜਾਣਾ ਕਰੀ ਜਾ। ਉੱਥੇ ਜੇ ਕੁਛ ਕੋਈ ਗੱਲ ਹੋ ਜਾਵੇ, ਕੋਈ ਲਾਕਡਾਊਨ ਹੋ ਜਾਵੇ, ਫਿਰ ਉੱਥੋਂ ਫਿਰ ਜਵਾਕਾਂ ਨੂੰ ਦਿੱਲੀ ਦੇ ਬੀਚ ਤੇ ਚੜ੍ਹਨਾ, ਹੁਣ ਸਾਨੂੰ ਇੱਧਰ ਨੂੰ ਸੱਦੋ। ਇੱਥੇ ਜਵਾਕਾਂ ਦੇ ਕਿਹੜੇ ਜਹਾਜ਼ ਚੱਲੇ ਜਿਹੜੇ ਉਹ ਭੇਜ ਦੇਣਗੇ ਦਿੱਲੀ ਚੜਿਆ। ਪੰਗੇ ਤਾਂ ਜ਼ਿੰਦਗੀ ਦੇ ਵਿੱਚ ਉਈਓ ਬਹੁਤ ਨੇ, ਜਿਹੜੀਆਂ ਕੋਈ ਚੀਜ਼ਾਂ ਆਪ ਤੁਸੀਂ ਹਾਕ ਮਾਰ ਕੇ ਬੁਲਾਉਣੀਆਂ ਨੇ, ਉਹ ਤੋਂ ਤਾਂ ਬਚੀਏ। ਕੁਛ ਸਮਾਂ ਹੈ ਜਿੱਥੇ ਤੁਸੀਂ ਘਰ-ਬਾਰ ਜਿੱਥੇ ਬੈਠੇ ਹੋ, ਤੁਸੀਂ ਟਿਕ ਜਾਓ, ਦੇਖ ਲਓ ਕੋਈ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਜੇ ਕਿਤੇ ਕੋਵਿਡ ਹੋ ਗਿਆ, ਉੱਥੇ ਕੋਈ ਬੱਚਤ ਹੈ? ਕਾਹਦੀ ਬੱਚਤ ਹੈ? ਕੋਈ ਬੱਚਤ ਨਹੀਂ। ਇਹ ਹੁਣ ਹਰ ਇੱਕ ਦਾ ਆਪਣਾ ਆਪਣਾ ਕੇਸ ਹੈ। ਮਾਤਾ ਜੀ ਨੂੰ ਹੁਣ ਪਤਾ ਨਹੀਂ ਕੀ ਮੁਸ਼ਕਿਲ ਆ, ਪਰ ਦੁੱਖ ਬਹੁਤ ਹੋਇਆ ਉਹ ਚੀਜ਼ ਦੇਖ ਕੇ। ਇਹ ਕਿਉਂ ਕਰਦੇ ਨੇ? ਵਪਾਰਕ ਸੰਦੇਸ਼ਾਂ ਤੋਂ ਬਾਅਦ ਹੜ੍ਹ ਪੀੜਤਾਂ ਦੀ ਗੱਲ ਮੈਂ ਕਰਦਾ ਮੁੜ ਕੇ। 64 ਤੇ ਵੀ 132 ਤੇ ਮਨਦੀਪ ਸਿੰਘ ਉਹਨਾਂ ਨੇ ਲਿਖਿਆ ਵੀ 64 ਤੇ ਵੀ 132 ਤੇ ਇੱਕ ਮਾਤਾ ਜਿਹੜੀ ਉਹ ਵੀ ਇਸ ਤਰ੍ਹਾਂ ਹੀ ਪੈਸੇ ਮੰਗਦੇ।
बड़ी गड़बड़ है। ते देखियो यार इस गल नूं आपां रोक। जसवीर सिंह जी लाइन नंबर 2। सत श्री अकाल जी, सत श्री अकाल। चल साहब 132 ਤੇ 88 ਤੇ ਵੀ ਮੇਰੇ ਬੱਚੇ ਸ਼ਾਪ ਨੂੰ ਜਾਂਦੇ ਆ ਰੋਜ਼ ਸਵੇਰੇ 9 ਵਜੇ। ਇੱਕ ਆਪਣੀ ਲੇਡੀਜ਼ ਹੁੰਦੇ ਆ ਉਹ ਰੋਜ਼ ਰਾਈਟ ਮੰਗੂਗੇ ਐਵਰੀ ਡੇ, ਮੈਨੂੰ ਕੱਪੜਾ ਮੰਡੀ ਤੇ ਰਾਈਟ ਦੇ ਦਿਓ ਐਵਰੀ ਡੇ। ਜਿੱਦਾਂ ਮੇਰੇ ਬੱਚੇ ਹੁਣ ਚਲੇ ਜੰਪਲ ਉਹ ਕਹਿੰਦੇ ਡੈਡੀ ਇਹਨੂੰ ਘਰ ਦੇ ਤੇ ਛੱਡਦੇ ਨਹੀਂਗੇ। ਕਈ ਵਾਰੀ ਉਹਨਾਂ ਨੇ ਕਿਹਾ ਵੀ ਆਂਟੀ ਅਸੀਂ ਉੱਧਰ ਨੂੰ ਨਹੀਂ ਜਾਣਾ, ਅਸੀਂ ਇੱਧਰ ਨੂੰ ਜਾਣਾ, ਵੀ ਤੁਸੀਂ ਘਰੋਂ ਰਾਈਟ ਲੈ ਕੇ ਚੱਲ ਜਾਓ ਐਵਰੀ ਡੇ। ਮੈਂ ਵੀ 2-3 ਵਾਰੀ ਦੇਖਿਆ ਪ੍ਰੋਬਲਮਾਂ ਬਹੁਤ ਆਉਂਦੀਆਂ। 132 ਦੇ 3-4 ਲੋਕੇਸ਼ਨ ਹੈਗੀਆਂ ਜਿੱਥੇ ਇਹ ਪ੍ਰੋਬਲਮ ਆਉਂਦੀ ਆ। ਮੈਂ ਉਹਨੂੰ ਟਰਾਈ ਵੀ ਕੀਤੀ, ਮੈਂ ਕਿਹਾ ਮੈਂ ਉਹਨੂੰ ਵਾਪਸ ਘਰ ਲੈ ਕੇ ਜਾਣਾ। ਉਹਦੇ ਘਰਦਿਆਂ ਨੂੰ ਜਾ ਕੇ ਪੁੱਛਣਾ ਵੀ ਜਦੋਂ ਤੁਸੀਂ ਕੰਮ ਤੇ ਤੋਰਦੇ ਹੋ ਤੁਸੀਂ ਰਾਈਟ ਕਿਉਂ ਨਹੀਂ ਦਿੰਦੇ, ਪਰ ਉਹ ਮੈਨੂੰ ਲੈ ਕੇ ਨਹੀਂ ਗਈ ਘਰ। ਉਹ ਬਹੁਤ ਪ੍ਰੋਬਲਮ ਆ ਰਹੀ। बिल्कुल जी, धन्यवाद। यही हम दस के हटे हाँ बई ਇਹਦੇ ਤੇ ਆਪਾਂ ਨੂੰ ਥੋੜਾ ਬਹੁਤਾ ਖਿਆਲ ਰੱਖਣ ਦੀ ਲੋੜ। ਅੱਛਾ, ਜਿਹੜੀ ਐਬਸਫੋਰਡ ਦੇ ਵਿੱਚ ਕੁਦਰਤ ਦੀ ਨੇ ਬਰਬਾਦੀ ਕੀਤੀ ਹੈ ਉਹਦੇ ਤੇ सूबा ते सेंटर ਦੀਆਂ ਸਰਕਾਰਾਂ ਤੇ ਐਗਰੀਕਲਚਰ ਮਿਨਿਸਟਰ ਕੰਮ ਕਰ ਰਹੇ ਨੇ। ਉਹ ਕੰਮ ਜਿਹੜਾ ਕਰ ਰਹੇ ਨੇ ਕੋਈ ਪੈਕੇਜ ਬਣਾ ਰਹੇ ਨੇ ਜਿਹੜਾ ਜਿਸ ਤਰ੍ਹਾਂ ਪਤਾ ਲੱਗਦਾ ਪਿਛਲੇ ਸੰਡੇ ਤੇ ਪਿਛਲੇ ਸੈਟਰਡੇ ਇਕੱਠ ਹੋਇਆ। ਇਕੱਠ ਦੇ ਵਿੱਚ ਵੀ ਜਿਹੜੇ ਸਾਰੇ ਪੋਲੀਟੀਕਲ ਲੀਡਰ ਖਾਸ ਤੌਰ ਤੇ ਜਗਰੂਪ ਸਿੰਘ ਬਰਾੜ ਭਾਈਚਾਰੇ ਵੱਲੋਂ ਕੰਮ ਕਰ ਰਹੇ ਨੇ। जब अजिहा कुछ चलता हुंदा कोई भी गवर्नमेंट तो किसी किस्म की आपां मुश्किल उसदे बड़े दो धरावां चलदियां नाल। एक धारा तो यह चलती है भी यार सरकार करदी क्यों नहीं, सरकार अंधी है। एक तो यह धारा चलती है, एक धारा यह चलती है मतलब जिहदे विच इउं लगदा भी दबश दे दिओ। इस तरह काम नहीं हुंदा। दबश वाला काम सरकारां दे नाल वाला नहीं चलता। आप ट्राई सारा कुछ करके वेख्या पिछले 5-7 साल। अच्छा उच ये गल का जरूर ख्याल रखन दा है भी साडा नुकसान किड्डा है ते उहदे लई सानू जिहड़ी लॉबी करनी है, जिहड़ी आपां कोशिश करनी है ओह किहो जी होनी चाहिए। लॉबी ते बुलिंग का जिहड़ा बहुत फाइन बहुत छोटा जिहड़ा ओह जे मैं कहा भी पता नहीं लगता तुहाडी लॉबी जिहड़ी है तुसीं काम करते करते दबश च कर चले जाते हो। क्योंकि इंसान जिहड़ा दुख च हुंदा है बहुत वेग उहदे मन च चलदे आ बहुत, ते ओहदियां ओही जाणदा हुंदा जिहड़ा कर रहा हुंदा। ये भी गल जरूर करन वाली है। ਇਹਦਾ भी जरूर ख्याल देने की लोड़ है। इस तरह नहीं सोचना चाहिए भी एक बन्ने भी नहीं ये नहीं इस तरह नो, उन्होंने भी डाउट इसी तरह देना पैंदा। जिवें इस केस दे विच बहुत ज्यादा नुकसान है। घरों बेघर होए बैठे ने बंदे, सिर ते छत है नहीं, बहुत औखा है, घरां चों मुश्क मारन लग गया। हुण इहदे च इक्को ही चीज का ख्याल रखने की लोड़ है भी जद आपां किसी नूं आगू करके किसी नूं पोलीटिकली राजनीति दे विच जिम्मेवारी दित्ती है, कोई काम कर रहा उहदे ते निगाह रख के उहदे उड़ीकण दी भी लोड़ है। हुण जिहड़ा कुछ मैं इस केस च कहा होना सी वो तो हो गया, बैठा सारा कुछ कीता पिया। पानी ने जिहड़ा उजाड़ा करना सी करता, घरों बेघर होना सी हो गए। हुण ये है भी सरकारां जे काम करदियां सरकारां नूं समां देण दी लोड़ है। उन्हां दा एक काम करन दा एक्ट है। जे असीं हाँ लॉबी करो, वध तो वध स्नेहा उन्हां तक पहुंचे, पर दबश वाले चक्कर च ना आयो कदे भी। कुछ नहीं उन्हें बिगड़ता। बहुत चीजें चलियां आप पिछले 5-7 साल भाईचारे बहुत कुछ देखा, आ हो जू आ कर देंगे वो कर देंगे, पर फिर भी सरकारां दे नाल हाँ उन्होंने अकाउंटेबल रखना, उन्होंने ठीके ते रखना। ये नहीं भी मर्जी करनगे, पर सेम टोकन ते उन्होंने सत्कार इज्जत उन्होंने वधिया भी रखना।
ये भी साडी जिम्मेवारी। ये मीडिया का खास ख्याल रखना, क्योंकि सानू ये बीमारी है बहुत बड़ी। सानू मैं थोनू अपने आप को इनकलूड करना भी साडा तां इसका ब्योनी है, जांदी चाहे काम हो जाए, सानू तां सुनने वाले चाहिए ने, साडे वीडियो ते क्लिक चाहिए ने, साडा तां रेड़का ही यह है। असीं तां गल्लां भी उही करनियां ने जिहड़ियां वधिया लगण, कैड़ियां भी करनियां ने, पर इहदे विच तुसीं नुकसान ना तुहाडा ना हो जाए। एक ऑर्गेनाइजेशन जो कोई डील कर रही है वो बयान दे, जे कोई एक ग्रुप कोई काम कर रहा है वो स्पोक्स परसन कौन होना है, वो एक होवे। ये राह जिन्हें मर्जी कैडी चाह पीती तो फोन करके गल्लां लग गया कर, इस तरह नहीं करना चाहिए बिल्कुल। क्यों ना होवे भी एक दो बुरे धक्का लाउंदे ने, दो पिछे नूं खिच्चण वाले ला रहे, फिर कित्थे नूं गड्ढा तुरूगा। भाईचारा नाल है, असीं दिन रात नाल है, सारे ग्रुप के नाल इन टच है। जगरूप सिंह बराड़ होनी काम कर रहे हैं, पर बटन नप्पिया नहीं कुछ होना। जे कुछ इस ये गल ठीक है भी सानू असीं जित्थों आया उत्थे साडा शौक ये है बई हवाई उपर दी जहाज लंघे, हैलीकाप्टर लंघे ते कह दे असीं पंजाब च बैठे हैं डेलों कोल किते ते उपर दी अमरिंदर राजा आवे जां चन्नी आवे, वो दिते 5-5 लाख रुपया एक परिवार दे जी नूं नौकरी। चल इत्थे अकाउंटेबिलिटी है, अधिकार खेत्र तो बाहर बंदा गल नहीं कर सकता। बहुत चीजा ने, हुण मिनिस्टर है, पिछली बार पिछले गुरुद्वारा साहब तो मिनिस्टर अपना सुनेहा भेजता। मिनिस्टर क्यों अपना सुनेहा भेजे भी? मिनिस्टर को अपनी अथॉरिटी है गल कर, वो खुद करूगा, वो कोल अपना जिहड़ा पोर्टफोलियो है, MLA को अपना पोर्टफोलियो। पोलिटिकल पार्टियां सब कट्ठियां ने, मेयर रहे ने, हुण MLA ने लिबरल दे एबिस्पर्ट तो मिस्टर बॉमन, उन्होंने गल की, MLA इलेक्शंस आई, वो मेयर रही है मिशन दी, उन्हें गल की, जगरूप सिंह बराड़ ने गल की, सुख धालीवाल उन्होंने गल की, गुरमंत गरेवाल उन्होंने गल की। चलो उन्होंने इतिहास 2500 साल का पुराना दिखाता भी झीलां किवें बनदियां सुकदियां किवें ने। जद वो MP सन झीलां तो जद भी वो इतिहास तो जद भी इत्थे पिया सी, जमीया बीबी दोने सी इतिहास बनाया सी, गां पुत्त नूं भी हुण इतिहास बनाउण लगे सी। वो नहीं है, वो कहानी नहीं है। वो 90 च झील बन गई, 20 च बन गई, 1920 च झील ते हुण सुक गई ते घर बनाया, वो तो इशू ही है, उन्हां नाल कोई फर्क नहीं पैंदा। हुण वो तो जिन्हां ने रजिस्ट्रियां कराईयां उन्हां नूं मुड़ वसेबे की गल कर। सो ये जरूर असीं ये ख्याल रखना, मतलब मैं ये कहना फौजां जिहड़ियां जित के जद हारदे आ ना, कई बार असीं अपने हत्थीं खराब कर लैंदे, कदे भी सत्कार की भावना नहीं। क्योंकि जिहड़ा हुण जे तां ऐ होवे ना भी हुण अग लगी हुई है, फायर ब्रिगेड नहीं आया, 911 नहीं आया, फिर तां घड़ीस लैणे कंडियां दे उपर दी। हुण अपना नुकसान हो गया, हुण वो नुकसान दे लई आपां सरकार नूं चौखड़े च लिया के उन्हां तो ऐलान करवाउणा, बस ढकणे नहीं, वो अंदर नूं ही रखणे ने अपने विहड़े च। इस गल दे विच जे मेरा तजर्बा माड़ा है, ये नहीं मतलब थोड़ा भी तजर्बा माड़ा हो, उसका थोड़ा तजर्बा चंगा हो, मेरी आदत जिहड़ी है वो काम करन दी अलग तरीका हो, थोड़ा चंगा हो। एक मीडिया जब बयान देना तो एक बंदा इक्को जी ने बयान देना, जिहड़ा बोले, ये जरूरी है। मोम सिर ते जे रख लिया, मोम पिघलेगा, अखां च पै जी। हाँ, नाल निगाह रखो भी जिहड़े उइयों चमलाने वाले ने, वो थोड़े दुख सुख च आके खड़दे आ किते, ये भी देखियो। तो थोड़ा जिहा आपां तहम्मुल दे नाल काम करिए ते ये बहुत बड़ा इशू है। 50-55 परिवार अपने ने, 100 के करीब टोटल परिवार ने, 55 परिवारां दा सब कुछ चले गया, सारी जिंदगी की कमाई 40-50 सालों की चल गई, घरों बाहर सारा कुछ उजड़ गया। एक नवा 47 हो गया साडे लई, उन्हां दा मुड़ वसेबा जिहड़ा जे थोड़े आके कोई इकट्ठ दे विच कोई बंदा पोलिटिकल पार्टी दा, जगरूप सिंह बराड़ उन्होंने जिहड़ा कहा भी भाई तुहाडी मुड़ के प्रोडक्शन शुरू होण दा साडा तहैया कीता सरकार। एक होर भी इस दुख के समय अखीर च मोहरिया नूं सिर होना है, उखली च सिर हुंदा जिहड़ा भी अगे लगदा। ये देखियो भी कोई होर किहड़ा तुरिया
ਜਿਹੜੇ ਪ੍ਰੀਮੀਅਰ ਬਣਨ ਦੀ ਲਾਈਨ 'ਚ ਲੱਗੇ ਹੋਏ ਨੇ, ਵੱਡੇ ਵੱਡੇ ਰੁਤਬੇ ਨੇ, ਉਹਨਾਂ ਕੋਲ ਕੋਈ ਖੜੇ ਆ ਕੇ ਕਿਸੇ ਨੇ ਫੋਨ ਕੀਤਾ ਤੁਹਾਨੂੰ? ਕਿਹੜਾ ਪੋਲੀਟੀਕਲ ਬੰਦਾ ਹੈ, ਕਿਹੜੀ ਪੋਲੀਟੀਕਲ ਪਾਰਟੀ, ਕਿਹੜੇ ਪੋਲੀਟੀਕਲ ਸਾਡੇ ਬੰਦੇ ਨੇ ਜਿਹੜੇ ਤੁਹਾਡੇ ਨਾਲ ਆਏ ਨੇ? ਇਹ ਨਿਗਾਹ 'ਚ ਰੱਖਣ ਦੀ ਇਕੱਲੇ ਆਬਸਫੋਰਡ ਵਾਲਿਆਂ ਨੂੰ ਨਹੀਂ, ਸਾਰੇ ਸੂਬੇ 'ਚ ਜਿੱਥੇ ਪੰਜਾਬੀ ਬੈਠਾ ਖਿਆਲ ਰੱਖਣ ਦੀ ਲੋੜ ਆ। ਹੁਣ ਅੱਜ ਆਬਸਫੋਰਡ ਦੀ ਵਾਰੀ ਆ, ਕੱਲ ਨੂੰ ਸਰੀ 6 ਕਰੋੜ ਅੱਧਾ ਡੁੱਬ ਜਵੇ, ਹਾਲ ਉਹਨਾਂ ਨੇ ਉਹੀ ਕਰਨਾ ਜਿਹੜਾ ਹੁਣ ਆਬਸਫੋਰਡ 'ਚ। ਉੱਤਰ ਕਾਟੋ ਮੈਂ ਚੜਾ ਸੀ ਕਦੋਂ, ਕਹਿੰਦੇ ਮੁੱਖ ਮੰਤਰੀ ਬਣਾਓ ਸਾਨੂੰ ਸ਼ੇਰੀ, ਬਸ ਬਾਕੀ ਗੱਲਾਂ ਛੱਡੋ। ਇਹ ਨਿਗਾਹ ਰੱਖਣ ਦੀ ਲੋੜ ਆ। ਸੈਮ ਜੀ, ਲਾਈਨ ਨੰਬਰ 4। ਠੀਕ ਹੈ ਸਰ। ਤਾਂ ਮੈਂ ਜੀ ਸਤਿ ਸ਼੍ਰੀ ਅਕਾਲ ਵਿੱਚ ਟੱਚ ਵੀ ਕਰ ਗਏ ਆ। ਸਤਿ ਸ਼੍ਰੀ ਅਕਾਲ। ਜਿਹੜੀ ਗੱਲ ਇੱਕ ਨਾ TRP ਦੀ ਹੋ ਜਾਂਦੀ ਆ, ਅਗਰ ਆਪਾਂ TRP ਦੇਖ ਕੇ ਕਈ ਵਾਰ ਬਹੁਤ ਗੱਲਾਂ ਮੈਂ ਇੱਥੇ ਸੁਣਨ ਨੂੰ ਮਿਲਦੀਆਂ ਵੀ ਲੋਕ ਜ਼ਿਆਦਾ ਸੁਣਨਾ ਚਾਹੁੰਦੇ ਆ, ਪਰ ਉਹ ਕਈ ਵਾਰ ਰਿਐਲਿਟੀ ਤੋਂ ਦੂਰ ਹੋ ਜਾਂਦੀ। ਮੇਰੇ ਖਿਆਲ ਤੁਸੀਂ ਵੀ ਪ੍ਰੋਗਰਾਮ ਸੁਣੇ ਹੋਣੇ ਜਿਹੜੇ ਕਿ ਮੇਨ ਸਟ੍ਰੀਮ ਮੀਡੀਆ ਵਾਲੇ ਜਦੋਂ ਚੱਲਦੇ ਆ, ਉਹਦੇ ਵਿੱਚ ਹੁਣ ਮੈਂ ਡਿਫਰੈਂਟ ਜਿਹੜੀ ਆਵਾਜ਼ ਸੁਣ ਰਿਹਾ ਆ, ਉਹ ਲੀਗਲ ਪੱਖ ਨੂੰ ਮੋਹਰੇ ਲੈ ਕੇ ਆ ਰਿਹਾ ਆ। ਜਿਵੇਂ ਤੁਸੀਂ ਵੀ ਕਿਹਾ ਵੀ ਤੁਸੀਂ ਗਵਰਨਮੈਂਟ ਨੂੰ ਪ੍ਰੈਸ਼ਰ ਨਹੀਂ ਕਰ ਸਕਦੇ, ਛੋਟਾ ਗਰੁੱਪ ਜੇ ਤੁਸੀਂ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ। ਪ੍ਰੈਸ਼ਰਾਈਜ਼ ਤਾਂ ਉਹ ਸਾਰਾ ਕੰਟਰੀ ਜਾਂ ਸਾਰਾ ਸੂਬਾ ਇਕੱਠਾ ਹੋਏ ਕਰੇ। ਪਰ ਜਦੋਂ ਮੈਂ ਹੁਣ ਉਹ ਰੇਡੀਓ ਸੁਣ ਰਿਹਾ ਆ, ਉਹ ਮੋਰ ਇੰਸ਼ੋਰੈਂਸ ਪੱਖ ਨੂੰ ਮੋਹਰੇ ਲੈ ਕੇ ਆ ਰਿਹਾ ਵੀ ਵਾਈ ਗਵਰਨਮੈਂਟ ਇਨਵੋਲਵ ਹੋਵੇ ਇਹਦੇ ਵਿੱਚ, ਅਸੀਂ ਕਿਉਂ ਇਨਵੋਲਵ ਹੋਈਏ ਉਸ ਏਰੀਏ ਦੇ ਵਿੱਚ। ਇਹ ਗਵਰਨਮੈਂਟ ਨੂੰ ਚਾਹੀਦਾ ਵੀ ਇੰਸ਼ੋਰੈਂਸ ਨੂੰ ਮੋਹਰੇ ਲਿਆਇਆ ਜਾਵੇ, ਜਿਸ ਹਿਸਾਬ ਨਾਲ ਮੈਂ ਸੁਣ ਰਿਹਾ ਸੀਗਾ। ਇਹ ਤੁਹਾਡੀ ਗੱਲ ਸਹੀ ਆ ਵੀ ਜਿਹੜੇ ਜ਼ਿਆਦਾ ਵੋਕਲ ਹੈ, ਕਈ ਵਾਰ ਤੁਸੀਂ ਉਹ ਗੱਲ ਖਰਾਬ ਕਰ ਲੈਣੀ ਆ। ਮੈਂ ਆਪ ਜਿਸ ਹਿਸਾਬ ਨਾਲ ਸੁਣਿਆ, ਮੈਂ ਤੁਹਾਡੇ ਨਾਲ ਗੱਲ ਇੱਕ ਦਿਨ ਪਹਿਲਾਂ ਵੀ ਕਰਨੀ ਚਾਹੁੰਦਾ ਸੀ ਵੀ ਕਿ ਇਹ ਹੁਣ ਇਹ ਗਵਰਨਮੈਂਟ ਪਿੱਛੇ ਨੂੰ ਹੱਥ ਖਿੱਚ ਰਹੀ ਹੈ, ਕਿਉਂਕਿ ਪਿੱਛੇ ਪ੍ਰੈਸ਼ਰ ਤਾਂ ਹੈ ਨਹੀਂ। ਮੇਨ ਸਟ੍ਰੀਮ ਮੀਡੀਆ ਤਾਂ ਕੁਝ ਹੋਰ ਕਹਿ ਰਿਹਾ, ਇੱਕ ਛੋਟਾ ਗਰੁੱਪ ਤੁਸੀਂ ਕਿਵੇਂ ਪ੍ਰੈਸ਼ਰਾਈਜ਼ ਕਰ ਸਕਦੇ ਆ। ਸੋ ਇਹ ਚੀਜ਼ਾਂ ਜ਼ਰੂਰ ਦੇਖਣ ਦੀ ਲੋੜ ਆ। ਆਈ ਥਿੰਕ ਰਾਈਟ ਟਰੈਕ ਲੈਣ ਬੜਾ ਵਧੀਆ ਹੋਊਗਾ। ਜਿਵੇਂ ਤੁਸੀਂ ਵੀ ਕਿਹਾ ਵੀ ਉਹਨੂੰ ਬਿਨਾਂ ਕਿਸੇ ਗੱਲ ਤੋਂ ਦੱਬਣ ਦੀ ਲੋੜ ਨਹੀਂ ਹੈਗੀ, ਦੱਬੇ ਤੇ ਚੀਜ਼ ਨਿਕਲਣੀ ਨਹੀਂ। ਸਮਾਜ ਸਮਝਦਾਰੀ ਨਾ ਹੋਣ ਮੋਰੇ ਤੇ ਇਹੀ ਮੇਰਾ ਖਿਆਲ ਸਭ ਤੋਂ ਬੈਸਟ ਤਰੀਕਾ ਹੋਊਗਾ। ਬਈ ਜੀ ਸਤਿ ਸ਼੍ਰੀ ਅਕਾਲ। ਇਹਨੇ ਕਹਿਣਾ ਬਿਲਕੁਲ ਜੀ, ਧੰਨਵਾਦ। ਤੇ ਸੈਮ ਜੀ, ਉਹਨਾਂ ਨਾਲ ਇੱਕ ਗੱਲ ਮੈਂ ਹੋਰ ਨਾਲ ਕਹਿ ਦੇਵਾਂ ਬਈ ਇਹ ਵੀ ਕੋਈ ਹੈ ਨਹੀਂ ਕਹਾਣੀ ਕਿ ਤੁਸੀਂ ਇਕੱਲੇ ਹੋ। ਜੇ ਤੁਹਾਡੇ ਨਾਲ ਹਰ ਰੋਜ਼ ਦੁੱਖ ਸੁੱਖ ਕਰਦੇ ਆ, ਤੁਸੀਂ ਇਉਂ ਨਾ ਸੋਚੋ ਵੀ ਤੁਹਾਡੇ ਘਰ ਦੀ ਛੱਤ ਗਈ ਆ, ਸਾਡੀ ਆਪਣੀ ਘਰ ਦੀ ਛੱਤ ਗਈ ਹੋਈ। ਇਹ ਤੁਹਾਨੂੰ ਇਕੱਲੇ ਨਹੀਂ ਅਸੀਂ ਛੱਡਦੇ। ਮੈਂ ਖੈਰ ਤੋਂ ਆਪਣੇ ਤੌਰ ਤੇ ਜੇ ਮੈਂ ਗੱਲ ਕਰਾਂ, ਇਸ ਅਦਾਰੇ ਦੇ ਤੌਰ ਤੇ ਗੱਲ ਕਰਾਂ, ਮਤਲਬ ਇਹ ਹੈ YouTube ਦੇ ਚੈਨਲ, ਉਹਦੇ ਬਾਅਦ ਪੋਡਕਾਸਟ ਤੇ ਬਹੁਤ ਕੁਛ ਆ ਜਿਹੜਾ ਜਿਹਦੇ ਤੇ ਸੁਨੇਹਾ ਜਾਊਗਾ। ਕਈ ਵਾਰ ਕੋਈ ਅਦਾਰਿਆਂ ਦੀ ਮੁਸ਼ਕਲ ਹੋ ਜਵੇ, ਪਰ ਸਾਡੀ ਜ਼ੁਬਾਨ ਦੀ ਮੁਸ਼ਕਲ ਨਹੀਂ ਹੈ। ਬਿਲਕੁਲ ਉਹ ਤੁਸੀਂ ਤੁਹਾਡੇ ਨਾਲ ਹਰ ਹਾਲਤ ਚ ਨਾਲ ਹੈ, ਤੁਹਾਡੇ ਕੋਲ ਹੀ ਹੈ। ਬਸ ਇਹੀ ਹੈ ਵੀ ਆਪਾਂ ਬਹੁਤ ਖਿਆਲ ਦੇ ਨਾਲ ਗੱਲ ਕਰਨੀ ਹੈ। ਬਸ ਇਹੋ ਜਿਹਾ ਕੁਛ ਕਿਸੇ ਨੂੰ ਨਹੀਂ, ਕਿਸੇ ਦੇ ਹੱਥ 'ਚ ਨਹੀਂ ਫੜਾਉਣਾ ਵੀ ਤੁਸੀਂ ਤਾਂ ਆਹ ਕਹਿੰਦੇ ਨਾ ਕਰ ਲਓ। ਹੁਣ ਇਹ ਨਹੀਂ ਕਰਨਾ ਆਪਾਂ, ਬਿਲਕੁਲ ਇਹ ਨਹੀਂ ਕਰਨਾ। ਸਤਿਕਾਰ, ਇੱਜ਼ਤ ਦੇਣੀ ਹੈ ਤੇ ਨਿਗਾਹ ਜ਼ਰੂਰ ਰੱਖਣੀ ਹੈ ਵੀ ਕਿਹੜਾ ਹੁਣ ਰਾਜਨੀਤਿਕ ਬੰਦਾ ਕੀ ਕਰ ਰਿਹਾ, ਸਾਡੇ ਨਾਲ ਕੀ ਕਰ ਰਿਹਾ, ਸਾਡੇ ਕੋਲ ਆਇਆ, ਸਾਡੇ ਕੋਲ ਕੀ ਕੀਤਾ, ਕਿਹੜੀ ਪੋਲੀਟੀਕਲ ਪਾਰਟੀ ਕੀ ਕਰ ਰਹੀ ਹੈ, ਕਿਹੜੀ ਜ਼ਿੰਮੇਵਾਰੀ ਕੀ ਹੋ ਰਹੀ ਹੈ। ਬਸ ਹੋਊਗਾ। ਇੰਸ਼ੋਰੈਂਸ ਵਾਲਾ ਪੱਖ ਜਿਹੜਾ ਸੈਮ ਜੀ ਨੇ ਕਿਹਾ, ਇਹ ਗੱਲ ਜਿਹੜੀ ਹੈ ਉਹ ਸਾਡਾ ਨਹੀਂ, ਮਤਲਬ ਜਿਹੜੀ ਗਵਰਨਮੈਂਟ ਉਹਨਾਂ ਦੀ ਹੈ ਇੰਸ਼ੋਰੈਂਸ ਇੰਡਸਟਰੀ ਦੀ, ਉਹ ਵੀ ਗਵਰਨਮੈਂਟ ਦੇ ਥੱਲੇ ਹੈ। ਗਵਰਨਮੈਂਟ ਅਲਾਓ ਕਰਦੇ ਤਾਂ ਹੀ ਕੰਪਨੀਆਂ ਆਉਂਦੀਆਂ। ਨਹੀਂ ਹੈ, ਮੈਂ ਨਹੀਂ ਕੱਲ ਨੂੰ ABC ਕੰਪਨੀ ਖੋਲ ਕੇ ਕੱਲ ਨੂੰ ਕਹਾ ਮੈਂ ਇੰਸ਼ੋਰੈਂਸ ਕਰਦਾ, ਇਹ ਨਹੀਂ ਹੋਣਾ। ਹਰ ਹਾਲਤ ਦੇ ਵਿੱਚ ਤੁਹਾਡੇ ਨਾਲ ਹੈ। ਜਿਹੜਾ ਪੋਲੀਟੀਕਲ ਕੱਲ ਨੂੰ ਜਦ ਸਰਕਾਰਾਂ ਵਾਲੇ ਪਾਸੋਂ ਗੱਲ ਹੋਈ, ਭਾਈਚਾਰਾ ਨਾਲ ਹੈ, ਫੰਡ ਰੇਜ਼ਿੰਗ ਬਹੁਤ, ਮੈਂ ਹਾਲੇ ਦੱਸਿਆ ਬੜੇ ਸਟੈਪ ਨੇ। ਕੱਲ ਜਦ ਘਰਾਂ 'ਚ ਮੁੜਨਾ ਹੈ ਤਾਂ ਉਸ ਸਮੇਂ ਕੰਸਟਰਕਸ਼ਨ ਦੇ ਵਿੱਚ ਐਕਸਕੇਵੇਟਿੰਗ ਦੇ ਤੌਰ ਤੇ ਬਹੁਤ ਕੁਛ ਹੈ। ਬੜੀਆਂ ਕੰਪਨੀਆਂ ਨੇ ਜਿਹੜੀਆਂ ਸੁਨੇਹੇ ਭੇਜ ਰਹੀਆਂ ਕੰਮ ਕਰਨ ਲਈ, ਤਿਆਰ ਨੇ। ਗੁਰੂ ਕਿਰਪਾ ਕਰੇ ਅਸੀਂ ਆਪਣੇ ਤੌਰ ਤੇ ਇਕੱਠੇ ਰਹੀਏ ਤੇ ਬਸ ਗੱਲਬਾਤ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ। ਮੈਂ ਨਾਲ ਇਹ ਵੀ ਭਾਵਨਾ ਦੀ ਕਦਰ ਕਰਦਾ ਵੀ ਬਹੁਤ ਅਥਾਹ ਦੁੱਖ ਹੈ
ਜਾਂ ਤੁਸੀਂ ਸਦਮੇ ਦੇ ਵਿੱਚ ਹੁੰਦੇ ਹੋ, ਬੰਦੇ ਦੀ ਪਕੜ ਮੁੱਕ ਜਾਂਦੀ ਹੈ, ਉਹਦੇ ਮਾਨਸਿਕ, ਉਹਦਾ ਤਣਾਅ ਜਿਹੜਾ ਮਾਨਸਿਕ ਉਹਦੀ ਸਿਹਤ ਹਿੱਲ ਜਾਂਦੀ ਹੈ। ਮੈਂ ਤੁਹਾਨੂੰ ਕਿਹਾ ਬਈ ਇੰਚ ਪਾਣੀ ਆਵੇ ਬੰਦਾ ਉਹ ਹਿੱਲ ਜਾਂਦਾ, ਯਾਰ ਘਰ ਟਿਕਣੇ ਨਹੀਂ ਦਿੰਦੇ, 2 ਆ ਗਏ 2 ਚਲੇ ਗਏ 2, ਤੁਹਾਡਾ ਸਭ ਕੁਝ ਤੰਗ ਹੋ ਜਾਂਦਾ। ਜਿੱਥੇ ਰਿਹਾ ਹੀ ਕੱਖ ਨਹੀਂ ਤੇ ਬੈਠੇ ਕਿਸੇ ਜਗ੍ਹਾ ਹੋਰ ਦੇ, ਉਹ ਉਹਨਾਂ ਨੇ ਕਿਵੇਂ ਲੰਘਣਾ। ਇਹ ਜਿਹੜਾ ਅੱਜ ਵੀ ਜਿਹੜੇ ਐਗਰੀਕਲਚਰ ਮਿਨਿਸਟਰ ਫੈਡਰਲ ਤੇ ਤੁਹਾਡੇ ਸੂਬੇ ਦੀ ਐਗਰੀਕਲਚਰ ਮਿਨਿਸਟਰ ਅੱਜ ਵੀ ਮੀਟਿੰਗਾਂ ਕਰ ਰਹੀ ਹੈ, ਅੱਜ ਵੀ ਅਪਡੇਟ ਆ ਮੇਰੇ ਕੋਲ। ਅਗਲੇ 2 ਦਿਨ ਉਹ ਇੱਥੇ ਨੇ, ਪੂਰੀ ਨਾਲ ਬਿਊਰੋਕਰੇਟ ਨਾਲ ਨੇ, ਬਿਊਰੋਕ੍ਰੇਸੀ ਨੇ। ਕਹਿਣ ਤਾਂ ਦਿਓ, ਹਿੱਲਣ ਤਾਂ ਦਿਓ, ਬੋਲਣ ਤਾਂ ਦਿਓ ਵੀ ਉਹ ਕੀ ਕਹਿੰਦੇ ਨੇ, ਮਾੜਾ ਟਿੱਕੋ ਤਾਂ ਸਹੀ ਕੁਛ। ਜੇ ਅਸੀਂ ਪਹਿਲਾਂ ਨੱਪਣ ਲੱਗ ਗਏ ਫੇਰ ਗੱਲ ਸੂਤ ਨਹੀਂ ਆਉਣੀ। ਕਹਿਣ ਦਿਓ ਇੱਕ ਵਾਰ ਅਕਾਊਂਟੇਬਿਲਟੀ ਠੀਕ ਆ, ਮੇਨ ਸਟ੍ਰੀਮ ਮੀਡੀਆ ਦੀ ਉਹ ਸੁਣਦੇ ਨੇ, ਪਰ ਇਹ ਨਹੀਂ ਗੱਲ ਹੈ। ਤਰਜਮਾ ਕਰਕੇ ਆਪਣੇ ਮਿਨਿਸਟਰਾਂ ਦੇ, ਪ੍ਰੀਮੀਅਰ ਦੇ ਤੇ ਦਫ਼ਤਰਾਂ ਦੇ ਵਿੱਚ ਲਿਖ ਕੇ 5-5 ਜਣੇ ਬੈਠੇ ਨੇ ਡਾਊਨਟਾਊਨ ਦੇ ਵਿੱਚ, ਕੈਨੇਡਾ ਪਲੇਸ 'ਚ ਦਫ਼ਤਰ ਲਈ। ਸਾਡੇ ਰੇਡੀਓ ਤੇ ਇੱਥੇ ਕੰਮ ਕਰਦੇ 1.5 ਲੱਖ ਤਨਖਾਹਾਂ ਨੇ, ਉਹ ਤੁਹਾਡਾ ਤਰਜਮਾ ਕਰਕੇ ਹੀ ਦੇਣ ਵਾਲੇ ਨੇ ਵੀ ਅੱਜ ਇੱਥੇ ਆ ਹੋਈ, ਇੱਥੇ ਆ ਹੋਈ, ਇੱਥੇ ਆ ਹੋਈ। ਕਿਉਂ ਨਹੀਂ ਹੈ? ਅਸੀਂ 2.5 ਮਿਲੀਅਨ ਵੋਟਾਂ ਹੈ BC ਦੇ ਵਿੱਚ, ਤੇ ਮੋਢਿਆਂ ਤੇ ਇੱਕ ਵਾਰ ਝੰਡੇ ਰੱਖ ਲਏ। ਇਹ ਸਰਕਾਰਾਂ ਨੂੰ ਤੋੜਨ ਤੇ ਸਰਕਾਰਾਂ ਨੂੰ ਬਣਾਉਣ ਦੀ ਸਾਡੇ ਕੋਲ ਸ਼ਕਤੀ ਹੈ, ਡਿਸੀਜਨ ਮੇਕਿੰਗ ਪਾਵਰਾਂ। ਅਸੀਂ 20 ਸੀਟਾਂ ਵੀ ਪ੍ਰਭਾਵਿਤ ਕਰਕੇ ਸਰਕਾਰ ਹਿੱਲ ਜਾਂਦੀ ਹੈ। ਉਹ ਐਨ ਕਾਇਮ ਰਹਿਣਾ, ਸਥਿਰ ਰਹਿਣਾ। ਤੇ ਬਾਪੂ ਦੇ ਵੱਡੇ ਦੇ ਦਿਨ ਪਰਿਵਾਰ ਦੇ ਆਉਣ ਵਾਲੇ ਨੇ, ਉਹਨਾਂ ਤੇ ਨਿਗਾਹ ਦੇ ਕੇ ਇਹ ਸਾਹਿਬ ਜਿਹਨੂੰ ਆਪ ਕਲਾਕਾਰ ਕੇ ਜਿਹੜਾ ਖੁਦ ਪਰਵਰਿਆ, ਆਪ ਮਾਲਕ ਦੁਨੀਆ ਦਾ, ਉਹਦੇ ਪੁੱਤਾਂ ਨੇ ਸਾਹਮਣੇ ਸ਼ਹੀਦੀਆਂ ਦਿੱਤੀਆਂ ਤੇ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ, ਬੀਆਬਾਨਾਂ ਦੇ ਵਿੱਚ ਟਿੰਡ ਦਾ ਸਰਾਣਾ ਲਾ ਕੇ ਫੇਰ ਵੀ ਸ਼ੁਕਰ ਦੇ ਵਿੱਚ ਸੀ। ਉਹਦੇ ਪੁੱਤਾਂ ਸੀ, ਉਹਦੇ ਨਾਦੀ ਪੁੱਤਾਂ। ਡੋਲਣਾ ਨਹੀਂ ਹੈ, ਕੋਸ਼ਿਸ਼ ਕਰਾਂਗੇ ਆਪਾਂ ਸਾਰੀ ਐਨ ਠੋਕ ਕੇ, ਛੇਤੀ ਕੀਤੇ ਨਹੀਂ ਹਿੱਲਣ ਦਿੰਦੇ ਵੀ ਹਾਂ ਐਂ ਹੀ ਲੰਘ ਜਾਣਗੇ, ਸੁੱਕੇ ਨਹੀਂ ਲੰਘ ਸਕਦੇ। ਪਰ ਹਲਾ ਕੇ ਦਹੀਂ ਦੀ ਲੱਸੀ ਵੀ ਨਹੀਂ ਬਣਾਉਣੀ, ਆਪਾਂ ਦਹੀਂ ਦੇ ਫੁੱਟ ਰੱਖਣੇ ਨੇ। 1:19 ਹੋਇਆ ਜੀ। ਰਾਮਸੂ ਪਣਖੀ ਹੋਰਾਂ ਦੀਆਂ ਸਾਰੀਆਂ ਕਿਤਾਬਾਂ, ਜ਼ਿਆਦਾਤਰ ਉਹਨਾਂ ਦੇ ਵੱਡੇ ਨਾਵਲ, ਉੱਥੇ ਖੜਕ ਸਿੰਘ ਦੁੱਲੇ ਦੀ ਢਾਬ, ਜ਼ਮੀਨਾਂ ਵਾਲੇ, ਭੀਮਾ ਤੇ ਪ੍ਰਤਾਪੀ, ਉਸ ਤੋਂ ਬਾਅਦ ਕਹਾਣੀਆਂ ਉਹਨਾਂ ਦੀਆਂ 40 ਇਕੱਠੀਆਂ ਸੰਗ੍ਰਹਿ ਕੀਤੀਆਂ ਹੋਈਆਂ, ਹੋਰ ਕਿਤਾਬਾਂ ਨੇ ਉਹਨਾਂ ਦੀਆਂ ਕਹਾਣੀਆਂ ਦੀਆਂ, ਨਾੜੂਆ ਤੇ ਸੁਗੰਧਾਂ ਜਿਹੇ ਲੋਕ, ਇਹ ਸਾਰੀਆਂ ਇੱਥੋਂ ਹੀ ਮੈਂ ਇਕੱਠੀਆਂ ਕੀਤੀਆਂ ਸੀ ਆਪਣੇ ਗੁਲਾਟੀ ਸਾਹਿਬ ਦੇ ਕੋਲ। ਤੇ ਉਹਨਾਂ ਦਾ ਕਿਤਾਬਾਂ ਦੀ ਪ੍ਰਦਰਸ਼ਨੀ ਜਿਹੜੀ ਅੱਜ ਸਰ ਅਮਰਪ੍ਰੀਤ ਸਿੰਘ ਹੋਣੀ ਸਵੇਰੇ ਦੂਜੇ ਪ੍ਰੋਗਰਾਮ 'ਚ ਗੱਲ ਕਰਦੇ, ਉਹਨੇ ਮੰਦਾਵਣੀ ਉਹਨਾਂ ਦੀ ਕਿਤਾਬ ਹੈ, ਮੈਂ ਪਤਾ ਕਰੂੰਗਾ ਜੇ ਉਹਨਾਂ ਕੋਲ ਹੋਈ। ਅੱਜ ਤੁਸੀਂ ਪੁੱਛ ਰਹੇ ਸੀ, ਨਹੀਂ ਹੋਈ ਤਾਂ ਗੁਲਾਟੀ ਸਾਹਿਬ ਨੂੰ ਕਹਾਂਗੇ ਮੰਗਾ ਦੇਣਗੇ। ਉਹ ਕਿਤਾਬਾਂ ਦੀ ਪ੍ਰਦਰਸ਼ਨੀ ਵੱਡੀ ਲੱਗੀ ਹੋਈ ਹੈ। ਕਿਤਾਬਾਂ ਘਰ ਦਾ ਸ਼ਿੰਗਾਰ ਬਣਾਓ। ਆਹ ਹੁਣ ਜਿਹੜਾ ਲੰਘਿਆ ਸਮਾਂ ਮਹਾਮਾਰੀ ਦਾ, ਇਹਦੇ ਵਿੱਚ ਕਿਤਾਬਾਂ ਨੇ ਬਹੁਤ ਸਾਥ ਦਿੱਤਾ। ਸਭ ਤੋਂ ਵਧੀਆ ਤੁਹਾਡੀ ਜ਼ਿੰਦਗੀ ਦੀ ਦੋਸਤ ਕਿਤਾਬ। ਇਲੈਕਟ੍ਰੋਨਿਕ ਪੜ੍ਹਦੇ ਪੁੜਦੇ ਹੈਗੇ ਬੰਦੇ ਕਾਹਨੂੰ ਪੜ੍ਹ ਹੁੰਦੇ ਜਦ ਤੱਕ ਹਾਰਡ ਕਵਰ ਹੱਥ 'ਚ ਨਹੀਂ ਆਉਂਦਾ। ਵਿਚਲਾ ਧਾਗਾ ਜਿਹੜਾ ਉਹਨੂੰ ਮੋੜ ਕੇ ਨਹੀਂ ਵਿੱਚ ਰੱਖਦੇ ਵੀ ਇੱਥੋਂ ਅਗਲਾ ਪੜ੍ਹਨਾ। ਤੇ ਜਿਹੜੇ ਰੱਖਣੇ ਬਣਾਉਣੇ ਨੇ 2 ਪਹਿਲਾਂ ਹੀ ਬਣਾ ਲਿਓ, ਥੁੰਨਿਓ ਨਾ ਉਹਨਾਂ ਨੂੰ। ਜਦ ਥੁੰਨ ਦਿੰਦੇ ਹੋ ਤਾਂ ਫਿਰ ਜਦ ਜਿਲਦ ਉਹਦੀ ਟੁੱਟਦੀ ਹੈ ਤੇ ਅੰਦਰੋਂ ਜਦ ਹਿਲਦੀ ਆ ਕਿਤਾਬ, ਫਿਰ ਬੇਸਵਾਦੀ ਹੁੰਦੀ। ਕਿਤਾਬ ਜਿਸ ਦਿਨ ਲੈਣੀ ਆ ਲਿਖੋ, ਸਥਾਨ ਲਿਖੋ, ਦਸਤਖਤ ਕਰੋ, ਆਹ ਤਰੀਕ ਨੂੰ ਮੈਂ ਕਿਤਾਬ ਲਈ। ਉਹਦੀਆਂ ਯਾਦਾਂ ਨੇ, ਉਹ ਤੁਹਾਡੇ ਜਵਾਕ ਵੇਖਣਗੇ 30-40 ਸਾਲਾਂ ਨੂੰ ਵੀ ਸਾਡੇ ਬਾਪੂ ਨੇ, ਸਾਡੀ ਮਾਂ ਨੇ, ਸਾਡੇ ਦਾਦਾ ਦਾਦੀ ਨੇ ਕਿਤਾਬਾਂ ਦੇਖੀਆਂ। ਤੇ ਚੇਟਕ ਪਾਓ ਜੇ ਪੜ੍ਹਨ ਲੱਗ ਜਾ। ਸੋ ਯੂਨਿਟ 111 83 12 128 ਸਟਰੀਟ ਤੇ ਬਿਲਕੁਲ ਜਿਹੜਾ ਸਰੀ ਦਾ ਤਾਜ ਗ੍ਰੈਂਡ ਤਾਜ ਆ, ਉਹਦੇ ਨਾਲ ਦਾ ਜਿਹੜਾ ਪਲਾਜ਼ਾ, ਛੋਟਾ ਨਾਲ ਦਾ ਪਲਾਜ਼ਾ, ਬਿਲਕੁਲ ਪਾਰਕਿੰਗ ਦੇ ਨਾਲ ਦਾ, 83 ਵਾਲੇ ਪਾਸੇ ਨੂੰ, 84 ਦੇ ਖੂੰਜੇ ਤੋਂ ਦੂਜੇ ਪਿੱਛੇ ਨੂੰ, ਉੱਥੇ ਜਿੱਥੇ ਪਹਿਲਾਂ 19 ਦੇ ਵਿੱਚ ਜਿਹੜਾ ਪੁਸਤਕ ਇਹ ਕਿਤਾਬ ਮੇਲਾ ਲੱਗਿਆ ਸੀ। 604 750 0199 6047500189
ਚੇਤਨਾ ਪ੍ਰਕਾਸ਼ਨ ਬਹੁਤ ਵੱਡਾ ਇੱਕ ਪਬਲਿਸ਼ਰ ਹਾਊਸ ਹੈ ਤੇ ਰਾਮ ਬੇਨਗੋਣੀ ਕਹਿੰਦੇ ਜੀ 25 ਕਿਤਾਬਾਂ ਲੈ ਆਏ। ਸਵਾਦ ਲਿਆ ਤਾਂ ਇਸ ਤਰ੍ਹਾਂ ਦੀ ਕਹਾਣੀ। ਤੇ ਬੇਨਗੋਣਾ ਨੇ 3 ਸਾਲ ਦਾ ਮੇਰੀਆਂ ਕਿਤਾਬਾਂ ਲਿਆਂਦੀਆਂ, 3 ਸਾਲ ਹੋ ਗਏ ਲੈਣ ਨਹੀਂ ਜਾ ਹੋਇਆ ਮੈਨੂੰ। ਗੁਆੜਿਓਂ ਲੈ ਕੇ ਆਏ ਸੀ ਤੇ ਜਿਹੜਾ ਰਹਿੰਦਾ ਹੈ ਇਹ ਤੇ ਕਿਤਾਬਾਂ ਆਪਣੇ ਘਰ ਦਾ ਸ਼ਿੰਗਾਰ ਬਣਾਓ। ਪੱਤੜ ਹੋਣੀ ਉਹਨਾਂ ਦੇ ਕੋਲ ਵੀ ਬਹੁਤ ਵਧੀਆ ਕਿਤਾਬਾਂ ਨੇ, ਬੱਲੀ ਪੱਤੜ ਜੀ ਉਹਨਾਂ ਕੋਲ ਵੀ ਬਹੁਤ ਵਧੀਆ ਕਿਤਾਬਾਂ ਰੱਖਦੇ ਨੇ। ਪਰ ਮੈਂ ਉੱਥੇ ਵੀ ਜਾ ਕੇ ਲੈ ਕੇ ਵੀ ਇਹਨਾਂ ਚੋਂ ਕਹਾਣੀਆਂ ਸੁਣਾਇਆ। ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਕਰਨ ਲਈ। ਅੱਜ ਕਹਾਣੀ ਜਿਹੜੀ ਰਾਮ ਸਰੂਪ ਪਨਖੀ ਜੀ ਦੀ ਪ੍ਰਤਾਪੀ ਨਾਵਲ ਦੇ ਵਿੱਚ ਮੈਂ ਬਣਾਈ ਹੈ, ਉਹਦਾ ਨਾਮ ਹੈ ਕਾਲਾ ਝੋਟਾ। ਧਰਮਦਾਸ ਦਾ ਡੇਰਾ ਪਿੰਡ ਦੇ ਐਨ ਵਿਚਕਾਰ। ਡੇਰੇ ਦਾ ਮੰਦਿਰ ਮਹਿਲਾਂ ਪਿੰਡ ਵੱਜਣ ਤੋਂ ਪਹਿਲਾਂ ਦਾ ਕਹਿੰਦੇ ਸਿਆਣੇ ਬੰਦੇ ਵਿਚਾਰ ਕਰਦੇ। ਮੂੜੀ ਕਹਿੰਦੇ ਇੱਥੇ ਗੱਡੀ ਹੈ ਜਿਹੜੀ, ਫਿਰ ਪਿੰਡ ਵਧੇ ਨੇ। ਕਿਸੇ ਮਹਾਜਨ ਨੇ ਮੰਦਿਰ ਬਣਾਤਾ, ਮੰਦਿਰ ਦੇ ਬਾਹਰ ਚਿੱਟੇ ਚੂਨੇ ਦਾ ਪਲਸਤਰ, ਗੋਬਿੰਦ ਉੱਤੇ ਲੋਹੇ ਦਾ ਸਰੀਆ, ਭਗਵੇਂ ਰੰਗ ਦਾ ਝੰਡਾ ਲਹਿਰਾਉਂਦਾ। ਸਾਰੇ ਮੱਥਾ ਟੇਕਦੇ, ਜਨਮ ਅਸ਼ਟਮੀ ਮਨਾਉਂਦੇ, ਸ਼ਿਵਰਾਤਰੀ ਮਨਾਉਂਦੇ, ਮਾਰ ਪੂੜੇ ਨਿਕਲਦੇ। ਹੀਰ ਕੜ ਕੇ ਸੂਹੇ ਰੰਗ ਦੀ ਹੋ ਜਾਂਦੀ ਤੇ ਵੱਡੇ ਦਰਵਾਜ਼ੇ ਖੁੱਲਦੇ ਚੜ੍ਹਦੇ ਵਾਲੇ ਪਾਸੇ। ਮਹਿਰਾਬੀ ਬਾਰ, ਮੋਟੇ ਮੋਟੇ ਤਖਤੇ, ਤਖਤਿਆਂ ਤੇ ਮੋਟੇ ਮੋਟੇ ਕਿੱਲ, ਤਖਤਿਆਂ ਦਾ ਅੰਦਰੋਂ ਕੁੰਡਾ, ਖੱਬੇ ਪਾਸੇ ਤਖਤੇ 'ਚ ਖਿੜਕੀ ਵਿੱਚ ਦੀ ਇੱਕ ਬੰਦਾ ਹੀ ਅੰਦਰ ਲੰਘਦਾ। ਆਥਣ ਵੇਲੇ ਮੁੰਡੇ ਪੜ੍ਹਨ ਆਉਂਦੇ ਤੇ ਬੈਠਕਾਂ ਬਣਾਈਆਂ ਵਿੱਚ, ਉਹਦੇ ਵਿੱਚ ਚਿੱਟੀਆਂ ਚਾਦਰਾਂ ਸਰਾਣੇ ਤੇ ਸਾਧੂ ਮਹਾਤਮਾ ਆਉਂਦੇ, ਪੂਰੀ ਦੀ ਪੂਰੀ ਮੰਡਲੀ ਆਉਂਦੀ। ਧਰਮਦਾਸ ਫਿਰ ਉਹਨਾਂ ਨੂੰ ਬਿਠਾ ਕੇ ਦੂਜੇ ਦਿਨ ਕੰਬਲ ਲਗਾ ਲੈ ਭਾਈ ਬੋਲ ਮੱਥਾ ਟੇਕ, ਬਾਬਾ ਜੀ ਮੱਥਾ ਟੇਕਦੇ ਆ, ਉਹ ਕਹਿ ਕੇ ਤੁਰ ਜਾਂਦੇ। ਫਿਰ ਤੇ ਦਰਵਾਜ਼ੇ ਤੇ ਅੱਗੇ ਚੌਥਾ ਵਿਹੜਾ, ਵਿਹੜੇ ਦੇ ਸਾਹਮਣੇ ਵਾਲੀ ਕੰਧ ਤੇ ਲੰਮੇ ਲੋਟ ਇੱਕ ਛਤੜਾ ਬਣਿਆ ਹੋਇਆ ਤੇ ਛਤੜੇ ਦੇ ਹੇਠਾਂ ਬਹੁਤ ਸਾਰਾ ਲਕਾ ਤੁਕਾ ਪਿਆ। ਛਤੜੇ ਦੇ ਸੱਜੇ ਪਾਸੇ ਮੰਦਿਰ, ਮੰਦਿਰ ਦੇ ਪੱਕੇ ਥੜੇ ਤੇ ਬਾਹਰਲੇ ਬੰਨੇ ਥੜੇ ਨੂੰ 4-5 ਪੌੜੀਆਂ ਜਾਂਦੀਆਂ। ਮੰਦਿਰ ਦੇ ਪਿਛਲੇ ਪਾਸੇ 2 ਪੱਕੇ ਕਮਰੇ, ਇੱਟ ਬਾਲੇ ਦੀ ਛੱਤ ਤੇ ਕਮਰਿਆਂ ਨੂੰ 12 ਨੂੰ ਲੱਗੇ ਲੱਕੜ ਤਖਤੇ। ਦੋਨੇ ਕਮਰਿਆਂ ਵਾਲੀ ਥਾਂ ਤੇ ਗੁਆਂਢੀ ਜੱਟ ਤੋਂ ਮੁੱਲ ਲੈ ਕੇ ਧਰਮਦਾਸ ਨੇ ਆਪ ਛੱਤ ਤੇ ਇਹ ਕਮਰੇ 'ਚ ਜਿਹੜਾ ਧਰਮਦਾਸ ਦੀ ਰਿਹਾਇਸ਼, ਉੱਚਾ ਫਰਸ਼ ਬਣਾ ਕੇ ਲੰਮਾ ਚੌੜਾ ਪਲੰਘ, ਕੰਧਾਂ ਵਿੱਚ ਕਈ ਅਲਮਾਰੀਆਂ ਵਿੱਚ ਦਵਾਈਆਂ ਸ਼ੀਸ਼ੀਆਂ ਪਈਆਂ ਹੁੰਦੀਆਂ। ਲੱਕੜ ਦੀ ਅਲਮਾਰੀ 'ਚ ਆਮ ਵਰਤਦੇ। ਇੱਕ ਅਲਮਾਰੀ ਸਾਹਮਣੇ ਜਿਹ 'ਚ ਗ੍ਰੰਥ ਪਏ ਹੁੰਦੇ, ਦਵਾਈਆਂ ਰਗੜਨ ਵਾਲੇ ਮਾਮਚਿਸ ਤੇ ਉਂਡੀਆਂ ਤੇ ਆਏ ਗਏ ਬੰਦੇ ਇੱਥੇ ਦਵਾਈਆਂ ਲੈਣ ਆਉਂਦੇ, ਕੱਪੜੇ ਛਾਣ ਹੁੰਦਾ ਸਭ। ਮੰਦਿਰ ਦੇ ਸੱਜੇ ਪਾਸੇ ਲੰਗਰ ਤੇ ਲੰਗਰ ਸਾਹਮਣੇ ਧੂਣਾ, ਇੱਥੇ ਪਾਥੀਆਂ ਦੀ ਅੱਗ 'ਚ ਧਾਤਾਂ ਮਾਰੀਆਂ ਜਾਂਦੀਆਂ। ਕੁੱਜੇ ਰੱਖ ਕੇ ਤੇ ਉੱਪਰੋਂ ਆਟੇ ਨਾਲ ਬੰਦ ਕਰਕੇ ਪਤਾ ਨਹੀਂ ਕਿੰਨੇ ਦਿਨ ਉਹਨਾਂ ਨੂੰ ਸੇਕ ਲਵਾਇਆ ਜਾਂਦਾ। ਰਿਹਾਇਸ਼ ਵਾਲੇ ਕਮਰੇ ਨੂੰ ਧਰਮਦਾਸ ਕੁਟੀਆ ਕਹਿੰਦਾ। ਕੁਟੀਆ ਤੇ ਛੋਟਾ ਜਿਹਾ ਚਵਾਰਾ ਸੀ, ਇਹਦੇ ਵਿੱਚ ਤਖਤ ਪੋਸ ਪਿਆ ਹੁੰਦਾ, ਉਹ ਤੇ ਦਰੀ, ਕੰਧ ਦੀਆਂ 2 ਅਲਮਾਰੀਆਂ। ਤਖਤ ਤੇ ਪੋਸ ਤੇ ਬੈਠ ਕੇ ਧਰਮਦਾਸ ਮਾਲਾ ਫੇਰਦਾ, ਘਰ ਵੀ ਲੈਂਦਾ, ਵੱਡੇ ਵੱਡੇ ਰਾਮ ਰਾਮ ਕਰਨ ਦਾ ਆਵਾਜ਼ ਨਿਕਲਦੀ। ਧਰਮਦਾਸ ਕਹਿੰਦਾ ਵਿਹੜੇ ਦੇ ਖੱਬੇ ਹੱਥ ਕੰਧ ਦੇ ਨਾਲ ਖੁਰਲੀ ਤੇ ਜਿਹਦੇ ਤੇ 2-4 ਪਸ਼ੂ ਨੇ। ਡੇਰੇ ਨੂੰ 50 ਵਿਗੇ ਜ਼ਮੀਨ ਸੀ। ਧਰਮਦਾਸ ਰੰਗ ਦਾ ਕਾਲਾ, ਕੱਦ ਦਾ ਮਧਰਾ, ਮੋਟੀ ਚਮੜੀ ਦਾ ਬੰਦਾ, 50 ਨੂੰ ਉਮਰ, ਦਾੜੀ ਮੁੱਛ ਕਰੜਵੜ, ਸਿਰ ਤੇ ਕੇਸਾਂ ਦਾ ਜੂੜਾ, ਬਦਾਮੀ ਰੰਗ ਦੇ ਕੱਪੜੇ ਪਾਉਂਦਾ, ਤੋਤਾ ਚਾਦਰਾ ਬੰਨਦਾ, ਧੋਤੀਆਂ, ਮਲਗਰਦਨੀ ਜਿਹੜਾ ਕੁੜਤਾ ਤੇ ਤਸਰੀ ਦੀ ਪੱਗ, ਪੈਰਾਂ 'ਚ ਕੱਪੜੇ ਦੀ ਰਕਾਬੀ ਪਾਉਂਦਾ, ਅੱਖਾਂ ਲਾਲ ਰਹਿੰਦੀਆਂ। ਪਤਾ ਹੀ ਨਹੀਂ ਕੀ ਅਲਮਾਰੀ ਦੇ ਵਿੱਚ, ਇੱਕ ਗੜਬੀ ਦੇ ਵਿੱਚ ਕੀ ਰੱਖਦਾ, ਉਹਦੇ ਵਿੱਚ ਉਂਗਲ ਦੇ ਨਾਲ ਕੁਛ ਲਵੇੜ ਕੇ ਮੂੰਹ 'ਚ ਪਾਉਂਦਾ। ਲੋਕ ਕਹਿੰਦੇ ਕੀ ਰੱਖਿਆ ਹੋਇਆ ਅੰਦਰ, ਗੜਬੀ ਨੂੰ ਹੱਥ ਲਾ ਕੇ ਆਉਂਦਾ। ਕਈ ਬਾਹਰ ਬੈਠੇ ਸਾਹ ਲੈਂਦੇ, ਉਹ ਦੇਖ ਕੇ ਤਾਂ ਉਹ ਅੰਦਰ ਵੜਦਾ, ਕਰਦਾ ਕੀ ਹੈ। ਸਾਹ ਦੀਆਂ ਅੱਖਾਂ ਲਾਲ ਨੇ, ਗੇਰੂ ਵਰਗੀ। ਓਏ ਅੰਦਰ ਪਤਾ ਨਹੀਂ ਕੀ ਖਾਈ ਜਾਂਦਾ ਹੈ, ਸਾਨੂੰ ਤਾਂ ਅੰਦਰ ਨਹੀਂ ਵੰਡ ਦਿੰਦਾ। ਕਈ ਕੰਨ ਤੇ ਖਾਜ ਕਰਦੇ ਕਹਿੰਦੇ। ਉਹਨਾਂ ਨੂੰ ਦਧੌੜੀ ਦਾ ਦੁੱਧ ਮਿਲਦਾ, ਬਸ ਪਤਾ ਨਹੀਂ ਕਿੱਥੋਂ ਦਾ ਸੀ। ਤੇ ਨਰੋਤਮ ਦਾਸ ਮਹੰਤ ਬੰਦਰ ਦਾ ਪਹਿਲਾਂ ਇਹਨੂੰ ਲੈ ਆਇਆ 7-8 ਸਾਲ ਨੂੰ, ਹਰਿਦੁਆਰ ਨਹਾਉਣ ਗਿਆ ਇਹਨੂੰ। ਫਿਰ ਉਹਨੇ ਸੇਵਾ ਕੀਤੀ, ਜੰਗਲ ਪਾਣੀ ਵਾਲੇ ਹੱਥ ਧੋਤੇ ਨਰੋਤਮ ਦਾਸ ਦੇ। ਜਦ ਹੱਥੂ ਆਉਂਦਾ ਬਜ਼ੁਰਗੀ ਨਰੋਤਮ ਦਾਸ ਦਾ, ਤਾਂ ਹੱਥੂ ਵੀ ਹੱਥਾਂ ਦੇ ਨਾਲ ਚੱਕਦਾ। ਅਖੀਰ ਡੇਰੇ ਦਾ ਮਹੰਤ ਬਣ। ਗੁਪਤ
ਕੁੱਤ ਰੋਕਾਂ ਦੀ ਦਵਾਈ ਬੂਟੀ ਵੀ ਦਿੰਦਾ। ਜਵਾਕ ਨਾ ਹੁੰਦਾ, ਕਈ ਕੁੜੀਆਂ ਦੇ, ਕਈਆਂ ਦੇ ਇਹਦੇ ਦਵਾਈ ਤੋਂ ਹੋ ਜਾਂਦਾ, ਕਈਆਂ ਦੇ ਕੁੜੀਆਂ ਹੁੰਦੀਆਂ ਮੁੰਡੇ ਹੋ ਜਾਂਦੇ, ਕਈ ਬੰਦੇ ਜਿਹੜੇ ਨੇ ਉਹਨਾਂ ਨੂੰ ਕਾਇਮ ਕਰ ਦਿੰਦਾ। ਗੁਪਤ ਇਲਾਜਾਂ ਦੀ ਗੱਲ ਚੱਲਦੀ ਬਹੁਤ। ਗੁਪਤ ਧੰਦਾ ਵੀ ਕਰਦਾ, ਤੀਵੀਆਂ ਨੂੰ ਵਿਆਜੂ ਪੈਸੇ ਵੀ ਦਿੰਦਾ। ਤੀਵੀਆਂ ਕਾਲੇ ਘੱਗਰੇ ਪਾ ਕੇ ਚੜ੍ਹਦੀਆਂ, ਬਾਬਾ ਜੀ ਮੱਥਾ ਟੇਕਦੇ ਆ, ਆਜੋ ਬਾਈ ਆਜੋ, ਉੱਪਰ ਆਜੋ। ਫੇਰ ਉਹਨਾਂ ਤੋਂ ਮਿੰਨਤਾਂ ਕਰਾਉਂਦਾ, ਪੈਸੇ ਪੂਏ ਦੇਣ ਨੂੰ ਦੇ ਦਿੰਦਾ। ਜਨਮ ਅਸ਼ਟਮੀ ਮਨਾਉਂਦਾ, ਉਧਰ ਸੂਰਜ ਚੰਦ ਤੋਂ ਪਹਿਲਾਂ ਠਾਕਰਾਂ ਦੀ ਪੂਜਾ ਹੁੰਦੀ, ਸਾਲਗਰਾਮਾਂ ਨੂੰ ਝੂਟੇ ਦਿੰਦੇ, ਸਾਰੇ ਲਿਆ ਕੇ ਵੱਡੀ ਇੱਕ ਪਾਲਕੀ 'ਚ ਬਿਠਾਉਂਦੇ, ਮੂਹਰੇ ਰੱਸਾ ਬੰਨਿਆ ਹੁੰਦਾ, ਲੋਕ ਬਹਿੰਦੇ, ਧਨੀਏ ਦਾ ਬਾਲ ਭੋਗ ਦਿੰਦਾ ਤੇ ਨਾਲ ਚਰਨਾਮਤ ਪਿਲਾਉਂਦਾ, ਜਿਹਦੇ 'ਚ ਲੱਸੀ, ਦਹੀਂ ਜਿਹੜੀ ਦੇ ਵਿੱਚ ਚੀਨੀ ਘੋਲੀ ਹੁੰਦੀ, ਤੇ ਫੇਰ ਦਾਖਾਂ ਤੇ ਖੋਪਾ ਪਾ ਕੇ ਰਬੜੀ ਵਰਗੀ ਗਾੜੀ ਖੀਰ। ਲੋਕ ਘਰੋਂ ਤੁਰਨ ਵੇਲੇ ਸਵਾਦ ਦੇ ਨਾਲ ਸੋਚਦੇ, ਕਹਿੰਦੇ ਖੀਰ ਕਾਹਦੀ ਹੈ, ਜਮਾਈ ਚੈੱਕ ਕਰਕੇ ਖੀਰ ਆ, ਉਂਗਲ ਖੜੀ ਕਰ ਲੈ, ਕੱਢਣੀ ਔਖੀ ਆ। ਉਹ ਤੂੰ ਪੂੜੇ ਨਹੀਂ ਦੇਖੇ, ਪੂੜਿਆਂ 'ਚ ਪਤਾ ਹੀ ਨਹੀਂ ਕੀ ਘੋੜਦਾ, ਬੰਦੇ ਦਾ ਮੂੰਹ ਹੀ ਨਹੀਂ ਮੁੜਦਾ। ਕਈ ਅੰਦਰ ਘਰੋਂ ਸਵੇਰੇ ਤਿਆਰ ਹੋ ਕੇ ਆਉਂਦੇ, ਸਾਰਾ ਦਿਨ ਸੇਵਾ ਕਰਦੇ, ਮਾਲ ਪੂੜਿਆਂ ਨੂੰ ਘੁੱਟਦੇ ਦੋਨੇ ਲੱਕੜ ਦੇ ਸ਼ਿਕੰਜਿਆਂ ਦੇ ਵਿੱਚ, ਦੇਸੀ ਘਿਓ ਦੀ ਬਰਨੋੜ ਦੀ। ਜੇ ਉਹਨੂੰ ਕਹਿੰਦੇ ਬਾਬਾ ਬਹੁਤ ਹੈ, ਵੀ ਬੱਲੇ ਬੱਲੇ ਕਰੇ, ਓਏ ਸਭ ਕੁਛ ਕਰਨਾ ਵਾਲਾ ਬੰਸਰੀ ਵਾਲਾ ਬੰਸਰੀ ਹੈ ਭਾਈ, ਮੈਂ ਤਾਂ ਕੀ ਕਰਨਾ ਇੱਥੇ। ਕਈ ਵਾਰ ਬਾਂਗਰੂ ਬੋਲਦਾ। ਚਵਾਰੇ 'ਚ ਅੱਜ ਪਿਆ ਤੇ ਆਉਣ ਵਾਲੇ ਮੁੰਡੇ ਆਉਣ ਲੱਗੇ, ਦੁੱਧ ਵਾਲੀਆਂ ਗੜਬੀਆਂ ਆਉਣ ਲੱਗੀਆਂ। ਥੱਲੇ ਬੁੜਾ ਜਿਹੜਾ ਚੇਲਾ ਸੀ ਉਹ ਕਹਿੰਦਾ ਬਾਬਾ ਜੀ ਦਾ ਸਰੀਰ ਕੋਈ ਢੀਲਾ ਹੈ, ਉੱਪਰ ਹੀ ਹੈ ਚਵਾਰੇ ਪੇ ਆਪਣੇ ਸਥਾਨ ਪੇ। ਦੁੱਧ ਦੀ ਗੜਬੀ ਲੈ ਕੇ ਪ੍ਰਤਾਪੀ ਉੱਤੇ ਜਾ ਚ ਪਹਿਲਾਂ ਵੀ 20 ਵਾਰ ਆਈ ਸੀ, ਅੱਜ ਦੁੱਧ ਦੀ ਵਾਰੀ ਉਹਦੀ ਸੀ। ਤੇ ਪਰ ਭਾਈ ਨੇਕ ਗੁਆਂਢ ਚ ਕਿਸੇ ਹੋਰ ਪਿੰਡ ਗਿਆ ਹੋਇਆ ਤਾਂ ਉਹ ਮਾਂ ਨੇ ਦਿਆਲੋਂ ਨੂੰ ਤਾਰ ਕੇ ਕਹਿ ਗਿਆ, ਮਾਂ ਕੱਲ ਨੂੰ ਦੁੱਧ ਦੀ ਵਾਰੀ ਹੈ, ਪਹੁੰਚਾ ਦੀ ਜ਼ਰੂਰ, ਲਾਂਭਾ ਨਾ ਆਵੇ, ਨਹੀਂ ਤਾਂ ਮੈਂ ਲੜੂ ਤੇਰੇ ਨਾਲ ਆ ਕੇ। ਨੇਕ ਨੇ ਪ੍ਰਤਾਪੀ ਜਾਂ ਦੁੱਧ ਲੈ ਕੇ ਗਏ, ਧਰਮਦਾਸ ਕੰਬਲ ਲੈ ਕੇ ਪਿਆ, ਮੂੰਹ ਸਿਰ ਬਲੇਟਿਆ ਹੋਇਆ। ਪ੍ਰਤਾਪੀ ਨੇ ਚਵਾਰੇ ਮੂਹਰੇ ਖੜ ਕੇ ਬੁਲਾਇਆ, ਬਾਬਾ ਲੈ ਦੁੱਧ, ਨੇਕ ਨਹੀਂ ਅੱਜ ਆਉਂਦਾ ਸਾਡਾ। ਅੱਛਾ ਬਈ, ਇੱਥੇ ਰੱਖ ਦੋ ਬਈ ਡੋਲੂ, ਕਿਤੇ ਅੰਦਰ ਪਏ ਨਹੀਂ ਗਿਆ। ਕੁੜੀ ਥਾਂ ਲੱਭਣ ਲੱਗੀ ਤੇ ਉੱਥੇ ਮੇਜ਼ ਕੋਈ ਨਹੀਂ, ਨਾ ਕੋਈ ਹੋਰ ਉੱਚੀ ਥਾਂ, ਡੋਲੂ ਨੂੰ ਭੁੰਜੇ ਨਹੀਂ ਰੱਖਣੇ ਦੇ। ਕੁੜੀ ਨੂੰ ਕੋਈ ਯਾਦ ਆਇਆ, ਬਾਬਾ ਡੋਲੂ ਵਿਹਲਾ ਕਰਦੇ ਚਾਹੀਦਾ ਹੋਊਗਾ। ਧਰਮਦਾਸ ਦੀ ਨਿਗਾਹ ਪ੍ਰਤਾਪੀ ਤੇ ਗਈ। ਕੱਦ ਕਾਠ, ਆਪਣੀ ਮਾਰ ਗਾ ਤਣੀ ਬਣੀ, ਉਹ ਹੌਲੀ ਹੌਲੀ ਤਖਤ ਪਹੁੰਚ ਗਈ। ਕਿਆ ਕਹਿ ਰਿਹਾ, ਅੱਛਾ ਬਈ ਐਸੇ ਕਰਦੇ ਆ, ਠਹਿਰ। ਚਵਾਰੇ 'ਚ ਇੱਧਰ ਦੇਖਿਆ, ਅਲਮਾਰੀ ਖੋਲ ਕੇ ਖੜ ਗਿਆ, ਗੜਬੀ ਦੇ ਵਿੱਚ ਉਂਗਲ ਲਾ ਲਈ। ਅੱਛਾ ਤੂੰ ਮੰਗਲ ਸਿੰਘ ਕੀ ਲਟਕੀ ਆ ਬਈ? ਹਾਂ ਬਾਬਾ, ਤੇਰੀ ਮਾਤਾ ਦਿਆਲ ਖੁਰ ਨਹੀਂ ਆਈ ਕਦੇ ਹੋਣਾ, ਉਹਨੂੰ ਬਾਬਾ ਕੰਮ ਰਹਿੰਦਾ, ਬਹੁਤ ਸਿਆਣੀ ਬੱਚੀ ਹੈ। ਕੋਲ ਹੋ ਕੇ ਉਹਨੇ ਪ੍ਰਤਾਪੀ ਦੇ ਮੋਹਰਾਂ ਤੇ ਹੱਥ ਰੱਖਿਆ। ਚੁਆਰੇ ਤੋਂ ਬਾਹਰ ਹੋਇਆ, ਕੁੜੀ ਉੱਥੇ ਖੜੀ। ਧਰਮਦਾਸ ਨੇ ਅੱਗੇ ਵੱਧ ਕੇ ਨਿਗਾਹ ਮਾਰੀ, ਪੌੜੀਆਂ ਵੱਲ ਦੇਖਿਆ, ਕਿਧਰੇ ਕੋਈ ਨਹੀਂ। ਕਾਲੇ ਪੈਰੀ ਆਇਆ ਚੁਆਰਾ, ਵਾਪਸ ਆਇਆ ਤੇ ਬੋਲਦਾ, ਐਸੇ ਕਰਦੇ ਆ। ਉਹਨੇ ਚੁਆਰੇ ਦਾ ਬਾਰ ਅੜਾ ਕੇ ਅੰਦਰਲਾ ਕੁੰਡਾ ਲਾ, ਸਾਧ ਨਹੀਂ ਸੀ, ਸ਼ਾਨ ਸੀ। ਇੰਨਾ ਜ਼ੋਰ, ਕੁੜੀ ਦੇ ਹੱਥੋਂ ਡੋਲੂ ਡਿੱਗ ਪਿਆ। ਧਰਤੀ ਅਸਮਾਨ ਇੱਕ ਹੋ ਗਏ। ਕੁੜੀ ਅੱਗ ਦੀ ਭੱਠੀ ਚ ਭੱਜ ਕੇ ਨਿਕਲੀ, ਪੌੜੀਆਂ ਚ ਵੱਢ ਗਈ। ਸਾਹ ਨਾਲ ਰਲੇ, ਦਿਨ ਖਾਸਾ ਖੜਾ। ਡੇਰੇ ਚੋਂ ਭੱਜੇ, ਨਾਲੇ ਇਹ ਦੇਖਿਆ ਵੀ ਕਿਸੇ ਨੇ ਦੇਖਿਆ ਤਾਂ ਨਹੀਂ। ਪ੍ਰਤਾਪੀ 3-4 ਦਿਨ ਘਰੋਂ ਨਾ ਨਿਕਲੀ, ਘਰ ਦਾ ਕੰਮ ਧੰਦੇ ਨਾ ਕਰਦੀ। ਚਿੱਟੀ ਚਾਦਰ ਤੇ ਸੂਈ ਧਾਗੇ ਨਾਲ ਮੋਰਨੀਆਂ ਕੱਢਦੀ ਸੀ। ਉਹਨੇ ਕੱਢੀ ਮੋਰਨੀ ਵਿੱਚ ਧਾਗਾ ਸੂਈ ਉਵੇਂ ਪਈ, ਚਾਦਰ ਬਲੇਟ ਕੇ ਟਰੰਕ ਚ ਰੱਖਦੀ। ਮੋਰਨੀ ਦੀ ਚੁੰਝ ਨਾ ਕੱਢੀ, ਬਾਕੀ ਮੋਰਨੀ ਕੱਢੀ ਪਈ। ਤੇ ਜੋ ਉਹਦੀ ਸਹੇਲੀ 2 ਵਾਰ ਜਿਹੜਾ ਮੈਂ ਕੋਲੇ, ਕੀ ਹੋ ਗਿਆ ਤਾਪੋ ਤੈਨੂੰ? ਚਾਚੀ ਤਾਪੋ ਬੋਲਦੀ ਨਹੀਂ। ਪਤਾ ਨਹੀਂ ਭਾਈ, ਮੈਂ ਤਾਂ ਆਪ ਨਹੀਂ ਕੁਛ ਦੱਸਦੀ, ਤੂੰ ਪੁੱਛ ਕੇ ਦੇਖ ਲੈ, ਤੈਨੂੰ ਦੱਸੂਗੀ। ਜੇ ਕੁੜੀਆਂ ਦੇ 100 ਪਰਦੇ ਹੁੰਦੇ ਆ, ਦਿਆਲੋ ਨੇ ਕਿਹਾ। ਤੇਜੋ ਜਿੱਦਣ ਦੀ ਇਹ ਨਾਈਆਂ ਦੀ ਕੁੜੀ ਆਈ ਨਾ, ਧੱਖ ਜੀ ਇਹਦੇ ਨਾਲ ਰਲੀ ਹੈ, ਉਦਣ ਦੀ ਇਹਨੇ ਤਾਪੋ ਦਾ ਰੰਗ ਢੰਗ ਇਹਦਾ ਠੀਕ ਨਹੀਂ। ਨਾਲੇ ਦਿਆਲੋ ਨੇ ਇਹ ਕਿਹਾ। ਦਿਆਲੋ ਗੋਹੇ ਦਾ ਬੱਠਲ ਲੈ ਕੇ ਬਾਹਰ ਨੂੰ ਤੁਰ ਪਈ। ਬਾੜੇ 'ਚ ਪਾਥੀਆਂ ਪੱਥਰ, ਹੁਣ ਦਿਆਲੋ ਜਾਂਦੀ। ਪ੍ਰਤਾਪੀ, ਮਾਂ ਤੂੰ ਹੀ ਪੱਥ, ਮੈਥੋਂ ਨਹੀਂ ਹੁੰਦਾ। ਮੁੰਡੇ ਘਰ ਨਹੀਂ ਸੀ, ਮੈਂਗਲ ਵੀ ਨਹੀਂ ਸੀ। ਨੇਕ ਨਾਨਕੇ ਤੂੰ ਨਹੀਂ ਮੁੜਿਆ। ਤੇਜੋ ਨੂੰ ਪੁੱਛਣ ਲੱਗੀ, ਗੱਲ ਕੀ ਹੋ ਗਈ? ਉਹ ਹਾਲ ਕੀ ਹੈ ਬਣਾਇਆ? ਦੱਸਦੀ ਨਾ ਕੁਛ, ਜਮਾ ਹੀ ਕਹਾਣੀ ਨਾ ਦੱਸਦੀ। ਆਥਣ ਨੂੰ ਪ੍ਰਤਾਪੀ ਨੂੰ ਕਦੇ ਮਿਲਣ ਆਉਂਦੀ,
ਗੱਲ ਪੁੱਛਦੀ, ਕੋਈ ਕਿਸੇ ਪਾਸੇ ਕਹਾਣੀ ਨਾ ਦੱਸਦੀ ਪ੍ਰਤਾਪੀ ਨੂੰ ਹੋਇਆ। ਜਦੋਂ ਅੱਖ ਮੀਚਦੀ ਰਾਤ ਨੂੰ ਸੌਂਦੀ, ਐਨ ਫੰਕਾਰੇ ਮਾਰਦਾ ਭੱਜਿਆ ਹੋਇਆ ਇੱਕ ਝੋਟਾ ਆ ਕੇ ਟੱਕਰ ਮਾਰਦਾ, ਸਿੰਘ ਉਹਦੀ ਛਾਤੀ 'ਚ ਗੱਡ ਕਰਦੀ, ਫਿਰ ਬਬੜ ਕੇ ਉੱਠਦੀ। ਉਹਦੇ ਤਾਪੋ ਕੀ ਹੋ ਗਿਆ ਤੈਨੂੰ? ਅੱਧੀ ਰਾਤ ਨੂੰ ਦਿਆਲੋ ਰੌਲਾ। ਕੁਛ ਨਹੀਂ ਮਾਂ, ਦਵਾ ਆ ਗਿਆ ਸੀ। ਸੁਪਨਾ ਆਉਂਦਾ, ਮਾਰ ਖੜਿਆਇਆ ਝੋਟਾ ਫੇਰ ਪੈਂਦਾ, ਛਾਤੀ ਦੇ ਵਿੱਚ ਸਿੰਘ ਮਾਰਦਾ ਕੇ ਫੇਰ ਖੜੀ ਹੁੰਦੀ ਰਾਤ। ਕਦ ਜਾਗਦੀ, ਜਦ ਉੱਠਦੀ, ਮੱਥੇ ਦੀ ਠੀਕਰੀ ਵਿੱਚ ਧਰਮ ਦਾ ਸਾਵਰ, ਕਾਲਾ ਧੂਸ ਬੰਦਾ, ਝੋਟੇ ਦਾ ਝੋਟਾ। ਭਿਆਨਕ ਖਿਆਲ ਉਹਦੇ ਮੱਥੇ ਦੀ ਸੋਚ ਬਣ ਗਈ, ਦਿਮਾਗ ਚੋਂ ਨਿਕਲਦਾ ਨੇ, ਬੜੀ ਮਨ ਦੇ ਨਾਲ ਚਿਤਵਦੀ। ਉਹ ਗਰਕਣਾ ਚਾਹੁੰਦੀ, ਉਹਨੂੰ ਮੁਸ਼ਕ ਆਉਂਦਾ ਆਪਣੇ ਸਰੀਰ ਦੇ ਵਿੱਚੋਂ, ਪਤਾ ਹੀ ਨਹੀਂ ਕੀ ਕਿਹੜਿਆਂ ਦੁੱਖਾਂ ਦੇ ਵਿੱਚ ਦੀ ਪੇਸ਼ ਨਾ ਜਾਂਦਾ। ਆਥਣ ਦਾ ਵੇਲਾ, ਇੱਕ ਦਿਨ ਦਰੀ ਗੁੰਮਸੁੰਮ ਬੈਠੀ ਤਾਂ ਸਾਗ ਲਿਆ ਕੇ ਬੇਬੇ ਨੇ ਰੱਖਤਾ। ਸਾਗ ਚੀਰ ਭਾਈ, ਦਾਤ ਲਿਆ ਕੇ ਰੱਖ। ਦਾਤ ਤੇ ਸਾਗ ਚੀਰਦੀ ਨੇ ਹੱਥ ਵੜਾ ਲਿਆ, ਇੱਚੀ ਵੱਢ ਕੇ ਖੂਨ ਦੇ ਤੇਰੀ ਆਉ। ਕੁੜੀਏ ਹੋਇਆ ਕੀ ਹੈ ਤੈਨੂੰ? ਕਰਦੀ ਕੀ ਆ? ਬਾਬ ਇੱਥੋਂ ਨਹੀਂ ਹੁੰਦਾ। ਓਹੋ ਕੁੜੇ ਚੰਦਰੀਏ, ਇਹ ਕੀ ਕਰ ਲਿਆ? ਲਹੂ ਚਲਾ ਲਿਆ ਤਾਂ ਅੱਗੇ ਕਦੇ ਸਾਗ ਨਹੀਂ ਚੀਰਿਆ ਭਲਾ ਤਾਂ। ਖਬਰੇ ਕਿੱਥੇ ਧਿਆਨ ਤੇਰਾ ਰਹਿੰਦਾ? ਸਹੁਰੇ ਜਾ ਕੇ ਕੀ ਲੱਲਰ ਲਾਏਗੀ? ਸਹੁਰੇ ਜਾ ਕੇ ਕੀ ਲੱਲਰ ਲਾਏਗੀ? ਜਦ ਇਹ ਕਿਹਾ ਤਾਂ ਕੁੜੀ ਦਾ ਅੰਗ ਅੰਗ ਜਿਵੇਂ ਪਛ ਦਿੱਤਾ, ਨਿਢਾਲ ਹੋ ਕੇ ਡਿੱਗਣ ਵਾਲੀ। ਪ੍ਰਤਾਪੀ ਉਹ ਰਾਤ ਸੁੱਤੀ ਨਹੀਂ, ਅੱਧੀ ਰਾਤ ਸੁੱਤ ਕੇ ਬੈਠੀ, ਪੈਰ 'ਚ ਜੁੱਤੀ ਪਈ, ਸੁਬਾਹ ਬਾਹਰ ਆਈ, ਸਿੰਖਾਂ ਦੀ ਲੱਗੀ। ਉਹਨੂੰ ਪਤਾ ਆ ਕੇ ਦੇਖਿਆ ਤੇ ਦੋ ਕੇ ਦਾਤ ਲੱਭ ਲਏ। ਬਰਾਂਡੇ 'ਚ ਆ ਕੇ ਉਸਨੇ ਦਾਤ ਰੱਖਿਆ, ਉਵੇਂ ਦੇ ਉਵੇਂ ਪੋਲੇ ਪੈਰ ਫੇਰ ਘਰਾੜੇ ਮਾਰ ਰਹੀ ਸੀ। ਉਹ ਸੌਣਾ ਤਾਂ ਚਾਹੁੰਦੀ ਸੀ, ਰਜਾਈ 'ਚ ਮੂੰਹ ਕੱਢ ਕੇ ਛੱਤ ਵੱਲ ਝਾਕਦੀ, ਹਨੇਰੇ 'ਚ ਚੜ੍ਹਦੇ ਵਾਲੇ ਪਾਸੇ ਇੱਕ ਸੂਆ ਵਗਦਾ ਸੀ। ਪਾਣੀ ਲਗਭਗ ਸਾਰਾ ਸਾਲ ਉੱਥੇ ਚੱਲਦਾ, ਸੁੱਕੇ ਜਾਂਦਾ, ਕਤਾਨਾਂ 'ਚ ਪਾਣੀ ਖੜਾ ਰਹਿੰਦਾ। ਪਿੰਡਾਂ ਦੇ ਲੋਕ ਸੈਰ ਕਰਨ ਦਾ ਰਿਵਾਜ ਸੀ। ਸੈਰ ਤਾਂ ਵਿਹਲੇ ਲੋਕ ਕਰਦੇ ਨੇ, ਪਿੰਡਾਂ ਵਾਲੇ ਤਾਂ ਕਰਦੇ ਨਾ, ਪਰ ਧਰਮਦਾਸ ਸੈਰ ਕਰਨ ਜਾਂਦਾ। ਰਾਤ ਦੇ ਰੋਟੀਆਂ ਨਹੀਂ ਹਾਜ਼ਮ ਆਉਂਦੀਆਂ, ਵੱਡਾ ਸ਼ੈਲੂ ਸ਼ੈਲ ਕਰਨ ਜਾਂਦਾ। ਇਹਨੂੰ ਪੁੱਛੇ ਬਠਿੰਡੇ ਰਹਿਣਾ ਸ਼ੈਲ ਵਾਲਿਆ, ਓਏ ਇਹਨੇ ਮੱਕੀ ਗੁੱਡਣੀ ਐ, ਤੈਨੂੰ 20 ਵਾਰ ਤਾਂ ਦੱਸਿਆ। ਬਦਾਮ ਰੋਗਨ ਅੱਛੀ ਦਾਲ ਖਾਂਦਾ ਹੈ, ਜਿਹੜੀ ਉਹ ਗੜਵੀ ਹੈ ਅੰਦਰ, ਗੜਵੀ ਦੇ ਕੰਮ ਨੇ ਤਾਂ ਤੁਰਦਾ। ਸਾਜਰੇ ਗਾਹਾਂ ਜਾ ਕੇ ਆਂਦੇ ਗੜਵੀ ਵਾਲੇ ਨੂੰ ਜੰਗਲ ਪਾਣੀ ਦਾ ਔਖਾ ਹੋ ਜਾਂਦਾ ਤਾਂ ਜਾਂਦਾ। ਉਹ ਕਾਹ ਨੂੰ ਗਾਹਾਂ ਜਾ ਕੇ ਲੇਂਬੂ ਲੈ ਕੇ ਆਉਂਦਾ, ਲੇਂਬੂ ਲਚੋੜ ਕੇ ਪੀਂਦਾ। ਦੂਜਾ ਕਹਿੰਦਾ ਪਿੰਡ 'ਚ ਗੱਲਾਂ ਹੁੰਦੀ, ਪਿੰਡ ਦੇ ਲੋਕ ਦਬੁਰਜੀ ਵਾਲੇ ਪੁਰ ਤੋਂ ਗਾਹਾਂ ਨਾ ਜਾਂਦੇ, ਪਿੰਡ ਤੋਂ ਅੱਧਾ ਪੌਣਾ ਮੀਲ ਸੀ, ਸਭ ਉਰੇ ਜੰਗਲ ਪਾਣੀ ਹੋ ਕੇ ਮਿਲਦਾ। ਧਰਮਦਾਸ ਦੂਰ ਤੱਕ ਜਾਂਦਾ, ਬੜੇ ਖਾਲ ਤੱਕ, ਜਿੱਥੇ ਨਿੰਬੂਆਂ ਦਾ ਤੇ ਅਮਰੂਦਾਂ ਦਾ ਬਾਗ 'ਚ ਜਾਂਦਾ। 5-4 ਨਿੰਬੂ ਤੋੜ ਲਿਆਉਂਦਾ। ਨਿੰਬੂ ਕੱਚੇ ਹੁੰਦੇ, ਪਾਣੀ ਆ ਕੇ ਦੇ ਦੇ ਕੱਚ ਦੇ ਗਲਾਸ 'ਚ ਨਿੰਬੂ ਨਿਚੋੜਦਾ, ਮਖਿਆਲ ਰਲਾ ਕੇ ਪਾਣੀ ਪੀਂਦਾ। ਲੈ ਹੋਰ ਸੁਣ ਲੈ ਕੀ ਆਂਦੇ, ਨਿੰਬੂ ਦੇ ਵਿੱਚ ਮਖਿਆਲ ਰਲਾ ਕੇ ਪੀਂਦਾ। ਉਹ ਇਹਦੀਆਂ ਤਾਂ ਇਹੀ ਜਾਣਾ। ਚੱਲ ਤੈਨੂੰ ਕੀ ਆਂਦਾ ਯਾਰ ਇਹ? ਮੈਨੂੰ ਤਾਂ ਨਹੀਂ ਕਹਿੰਦਾ, ਉਹ ਗੱਲ ਕਰਦੇ ਆ ਵੀ ਨਿੰਬੂ ਤੇ ਮਖਿਆਲ ਦਾ ਭਲਾ ਕੀ ਮੇਲ। ਸਵੇਰੇ ਸਵੇਰੇ नींबू पानी पीने के साथ तबीयत खिली रहती है भाई। जद ये कहना सुन ला, पिंड च सब नूं पता है धर्मदास संदेहा सूए ते जांदा। सर्दी होवे गर्मी होवे नितनेम सी ओदा। नींबू दे अमरूदां दे बाग तक जांदा। दोरजी वाले पुल तो अद्धा क मील अगे सी ते अज फिर रेड़का पिया है सवेरे। वो धर्मदास दी लोथ लभ गई। वो धर्मदास मारता किसे ने, वो लोको धर्मदास मारता किसे ने, रौला पै गया। वाहिगुरू जी का खालसा वाहिगुरू जी की फतेह। महंत धर्मदास दी लोथ पई आ भाई नींबू वाले बाग च। बहुत ही दुनिया भज्जी जांदी है। लोग कहंदे 5-2 चौकीदार थाने नूं चाढ़ते। दोपहर तक पुलिस आ गई घोड़ियां वाली। आथण तक थानेदार बैठा, सारे नंबरदार दे पिंड नंबरदार ते पिंड दे होर लोग बिठाए। पुलिस वाले धर्मदास दी लोथ गड्डे च पा के थाने नूं लै गए। हस्पताल च चीर फड़ की अगले दिन लोथ मिल गई। धर्मदास का दाह संस्कारता। वह गुरु महंत नोतन दास की समाध बन गई। नाले मार देसी घ्यो पाता ते बहुत कुछ पाता है। एक पिछे जिहड़े गड़बी का फिक्र सी, कहना गड़बी का की होऊ हुण। ओए तू यार गड़बी दे पिछे क्यों पिया? ਉਹ मैं ऊँ पुछदा उन्हें दोने हथ चक के कच्छां च दे। जब कच्छां च दिते हथ कच्छां कसियां, स्वाटर थोड़ा जिहड़ा पहला ही लक तक आउंदे होर उपर नूं चढ़ ऐ लगे जिवें
ਬੰਦਾ ਨਹੀਂ ਕੋਈ ਬਾਂਸ ਖੜਾ ਹੈਗਾ ਕੋਈ ਨਾ ਲਾਗ ਡਾਟ ਤਾਂ ਨਹੀਂ ਸੀ ਧਰਮਦਾਸ ਦੇ ਕਿਸੇ ਨਾਲ ਲੋਕਾਂ ਨੂੰ ਸਮਝਦਾ ਉਹ ਧਰਮਦਾਸ ਕੁਰਤੇ ਦੇ ਥੱਲੇ ਝੱਗੀ ਦੀਆਂ ਦੋਵੇਂ ਜੇਬਾਂ 'ਚ ਨੋਟ ਪਾ ਕੇ ਰੱਖਦਾ ਸੀ 100 ਦੇ 10 ਦੇ ਥਈਆਂ ਦੀਆਂ ਥਈਆਂ ਦੁਸ਼ਮਣ ਲੱਗ ਗਿਆ ਪਿੱਛੇ ਪੈਸੇ ਵੀ ਦਿੰਦਾ ਹੀ ਵਿਆਜ ਤੇ ਕਿਸੇ ਨੇ ਬਹੁਤ ਤੰਗ ਕੀਤਾ ਉਹ ਅਗਲੇ ਨੇ ਅੱਕੇ ਪਏ ਨੇ ਵਰਤਾ ਬੁੰਦਾ ਜਵਾਬ ਦੇਣ ਵਾਲਾ ਕੋਲ ਬੈਠਾ ਨਾ ਇਹ ਨਹੀਂ ਪੈਸੇ ਬੰਦਿਆਂ ਨੂੰ ਥੋੜਾ ਦਿੰਦੇ ਪੈਸਾ ਸਾਧ ਤੀਵੀਆਂ ਨੂੰ ਦਿੰਦਾ ਸੀ ਕੱਲੀਆਂ ਬੰਦੇ ਨੂੰ ਉਹਦਾ ਬਿਹਾਰ ਇਹ ਹੈ ਨਹੀਂ ਸੀ ਤੀਵੀਆਂ ਕਿੱਥੇ ਮਾਰ ਦੇਣੀਆਂ ਬੰਦੇ ਨੂੰ ਐਡੇ ਨੂੰ ਔਰ ਜਿਹਨੂੰ ਵਿਆਜ ਪੈਣ ਦਾ ਭੁੱਸ ਪੈ ਜਾਏ ਉਹ ਭੈੜਿਆ ਤੀਵੀਂ ਕੀ ਤੇ ਆਦਮੀ ਕੀ ਵਿਆਜੜੀ ਦਾ ਕੋਈ ਲੱਗਦਾ ਹੁੰਦਾ ਤਾਂ ਹੀ ਤਾਂ ਵਿਆਜੜੀਆਂ ਦੇ ਕੀੜੇ ਪੈਂਦੇ ਨੇ ਉਹ ਪੈਰਾਂ ਤੋਂ ਉੱਚਾ ਹੋ ਗਿਆ ਉਹ ਕੀਸ ਨੇ ਉਹਨੇ ਗਰਦਨ ਜਿਵੇਂ ਮੋਰ ਕੂਕਣ ਲੱਗਿਆ ਹੋ ਉਹਨੂੰ ਨਹੀਂ ਪਤਾ ਉਹ ਵਿਚਾਰਾ ਮਰ ਗਿਆ ਹੁਣ ਗੱਲ ਕਰਨੀ ਹੈ ਉਹ ਛੱਡੋ ਗੱਲ ਇਹਦੇ ਤੇ ਆਓ ਹੁਣ ਚੇਲਾ ਕਿਹੜਾ ਬਣੂ ਉਹ ਚੇਲਾ ਵੀ ਬਣਾ ਦਾਂਗੇ ਪਹਿਲਾਂ ਹੁਣ ਤੂੰ ਮਾੜੀ ਜੀ ਗੱਲ ਤਾਂ ਸੁਣੋ ਪਹਿਲਾਂ ਪਤਾ ਤਾਂ ਲੱਗੇ ਹੋਇਆ ਕੀ ਹੈ ਮਹੀਨਾ ਭਰ ਪੁਲਿਸ ਆਉਂਦੀ ਰਹੀ ਨੰਬਰਦਾਰ ਨੇ ਪਿੰਡ ਦੀ ਸਾਰੀ ਹਵਾ ਸੁੰਘ ਰੱਖੀ ਪਤਾ ਹੀ ਨਹੀਂ ਸੀ ਲੱਗ ਰਿਹਾ ਉਦਣ ਅੱਧੀ ਰਾਤ ਜਦ ਪ੍ਰਤਾਪੀ ਉੱਠੀ ਡੇਰੇ ਜਾਣਾ ਚਾਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਜਲ ਧਾਰਾ ਧਰਮਦਾਸ ਦਾ ਚੱਲਦਾ ਸੀ ਰਾਤ ਨੂੰ ਬੀਬੜੀਆਂ ਵਾਲੇ ਟੋਭੇ ਕੋਲ ਬਾਹਰਲੇ ਬੰਨੇ ਕੋਰੇ ਘੜੇ ਪਾਣੀ ਦੇ ਭਰ ਕੇ ਕੀ ਰੱਖਦੇ ਧਰਮਦਾਸ ਨੂੰ ਬਿਠਾ ਕੇ ਟਾਂਚਣੀਆਂ ਹੁੰਦੀਆਂ ਤੇ ਗਲ ਦਲ ਮਧਿਆ ਦਿੰਦੇ ਸਿਰ ਤੇ ਪਾਣੀ ਬਣੇ ਬਣਾਏ ਨੂੰ ਜਾਂ ਬੇਸਿਰਤ ਹੋ ਜਾਂਦਾ ਤਾਂ ਰਾਖ ਦੇ ਵਿੱਚ ਦੱਬ ਦਿੰਦੇ ਜਾ ਉਹ ਇਹ ਪਾਣੀ ਨਾਲ ਕਰਦਾ ਕੀ ਹੈ ਉਹ ਇਹ ਦੇਵਤਾ ਤੇ ਆਉਂਦਾ ਹੈ ਦੇਵਤਾ ਇਹਨਾਂ ਦੇ ਬਸ ਹੋ ਜਾਂਦਾ ਫਿਰ ਇੰਨਾ ਪਾਣੀ ਸਿਰ ਤੇ ਪਵਾ ਕੇ 21 ਤੋਂ ਲੈ ਕੇ 51 ਦਿਨਾਂ ਤੱਕ ਜਾਂਦਾ 30 ਦਿਨ ਪਾਣੀ ਪਾਉਂਦਾ ਧੰਨ ਨਾ ਬਈ ਅੰਮ੍ਰਿਤ ਵੇਲੇ ਇੰਨਾ ਠੰਡਾ ਪਾਣੀ ਅਜ ਤੱਕ ਕੋਲ ਦੀ ਨਹੀਂ ਲੱਗਦੇ ਠੰਡੇ ਪਾਣੀ ਨਾਲ ਗੜਬੀ ਵਾਲੇ ਨੂੰ ਫੇਰ ਡਰ ਪੈ ਗਿਆ ਉਦਣ ਅੱਧੀ ਰਾਤ ਪ੍ਰਤਾਪੀ ਉੱਠੀ ਪਹਿਲਾਂ ਤਾਂ ਡੇਰੇ ਜਾਣਾ ਚਾਹੁੰਦੀ ਫਿਰ ਰਾਤ ਦਾ ਸਵਾਤ ਚ ਪੈ ਗਈ ਤਾਂ ਫਿਰ ਉਹਨੂੰ ਆਇਆ ਸੀ ਹੁਣ ਜਦ ਜਲ ਧਾਰੇ ਮੁੱਕਣ ਤੋਂ ਬਾਅਦ ਜਲ ਧਾਰਾ ਸਾਧ ਨੇ ਕਰ ਲੈਣਾ ਤੇ ਇਹਨੇ ਤੁਰਨਾ ਖੇਤ ਕਾਲੇ ਭੂਰੇ ਦੀ ਬੁੱਕਲ ਮਾਰ ਕੇ ਸਿਰ ਧੱਕ ਦਾਤ ਬੁੱਕਲ ਚ ਲੈ ਦਾਤ ਨਾ ਹੋਵੇ ਜਿਵੇਂ ਨਾਗ ਦਾ ਬਚਾ ਹੋ ਨਾਗ ਦੇ ਬੱਚੇ ਨੂੰ ਧਰਮਸ਼ਾਲਾ ਧਰਮਦਾਸ ਦੀ ਗਰਦਨ ਤੇ ਛੱਡਣਾ ਸੀ ਸੂਏ ਦੀ ਪੱਟੀ ਤੇ ਚਿੜੀ ਨਾ ਪਤੰਗਾ ਸੂਏ ਦਾ ਕਲਦਾ ਪਾਣੀ ਕਲ ਵਗੇ ਜਿਵੇਂ ਪ੍ਰਤਾਪੀ ਨੂੰ ਕਹੇ ਕਾਇਮ ਹੋ ਜਾ ਤੁਰੀ ਜਾ ਕੇ ਬਾਗ ਵਿੱਚ ਖੁਸ਼ੀ ਦੀ ਮੌਤ ਤੇ ਮੁਟਕੀ ਮਾਰ ਕੇ ਬਹਿ ਗਈ ਧਰਮਦਾਸ ਦੀ ਛਾਪ ਧਰਮਦਾਸ ਆਇਆ ਉਹਨੇ ਦੂਰੋਂ ਦੇਖ ਲਿਆ ਪਹਿਲਾਂ ਪਰੇ ਕਿਧਰੇ ਕਣਕ ਦੇਖੀਏ ਜੰਗਲ ਪਾਣੀ ਬੈਠਾ ਪਤਾ ਨਹੀਂ ਕਿੱਥੇ ਧੋਤੇ ਨੇ ਬਾਗ ਚ ਆਇਆ ਨਿੰਬੂ ਤੋੜਨ ਲੱਗਿਆ ਤਾਂ ਉਹਨੂੰ ਪਤਾ ਸੀ ਕਿ ਨਿੰਬੂ ਤੋੜਦਾ ਹੈ 12 ਮਾਸੀ ਨਿੰਬੂ ਦੇ ਬੂਟੇ ਨੇ ਤਾਜ਼ੇ ਨਿੰਬੂ ਦਾ ਪਾਣੀ ਪੀਂਦਾ ਧਰਮਦਾਸ ਮਖਿਆਲ ਪਾ ਹਨੇਰਾ ਹਲੇ ਪਤਲਾ ਹੀ ਪੈਂਦਾ ਸੀ ਮੂੰਹ ਨੂੰ ਮੂੰਹ ਦਿਸਦਾ ਜਦੋਂ ਨਿੰਬੂ ਕੋਲ ਖੜਾ ਨਿਰਖ ਪਰਖ ਕਰਦਾ ਗਰਦਨ ਝੁਕਾ ਕੇ ਨਿੰਬੂ ਤੋੜਨ ਲਈ ਹੱਥ ਅੱਗੇ ਕੀਤਾ ਚੜੇ ਲੰਗੂ ਮੂਹਰੇ ਖਾ ਦੋਨੇ ਹੱਥਾਂ ਦੀ ਮਜ਼ਬੂਤ ਪੱਖ ਨਾਲ ਦਾਰ ਸਾਹ ਦੀ ਗਰਦਨ ਤੇ ਫੇਰਤਾ ਤੇ ਲਾ ਕੇ ਥੱਲੇ ਡਿੱਗਿਆ ਪੂਰੀ ਉਹ ਖੂਹ ਦੀ ਮੌਨ ਤੇ ਰੱਖਿਆ ਤੇ ਡਿੱਗੇ ਪੈ ਦੀ ਗਰਦਨ ਥੱਲੇ ਦਾਤ ਇਉਂ ਪਾ ਲਿਆ ਜਿਵੇਂ ਝੂਰ ਆਪਣੀ ਦਾਤੀ ਦੇ ਨਾਲ ਤੂਤ ਦੀ ਮੋਟੀ ਡਾਣੀ ਕੋ ਝਟਕੇ ਨਾਲ ਵੜਦਾ ਗਰਚ ਦੇ ਕੇ ਜਦ ਕਸਰਾਟਾ ਮਾਰਿਆ ਗਰਦਨ ਸਿਰ ਤੇ ਧੜਕ ਹੋ ਗਈ ਧਰਮਦਾਸ ਪਹਿਲੇ ਟੱਕ ਨਾਲੇ ਬੰਦ ਹੋ ਗਈ ਪਹਿਲੀ ਕਸਰ ਨਾਲੇ ਅੱਧਾ ਗਲ ਵੱਢਿਆ ਗਿਆ ਇਹ ਬਈ ਦੱਸਦੀਆਂ ਤੈਨੂੰ ਬਈ ਉਹਨੂੰ ਇਹ ਬਈ ਲੱਗੀ ਜਿੱਦਣ ਉਹਦਾ ਸਤ ਭੰਗ ਕੀਤਾ ਸੀ ਪ੍ਰਤਾਪੀ ਦਾ ਉਦਣ ਵੀ ਇਹ ਬਈਓ ਬੋਲਿਆ ਨਾ ਬੋਲਿਆ ਨਾ ਚੀਕਿਆ ਧੜਕੇ ਅਗਲੀ ਦੀ ਟੁੱਟੀ ਪੂੰਛ ਨੂੰ ਦੀ ਅੱਖਾਂ ਖੁੱਲੀ ਪ੍ਰਤਾਪੀ ਨੇ ਕੁਰਤੀ ਦੀਆਂ ਬਾਹਾਂ ਚੜਾਈਆਂ ਸੀ ਸੱਤਮ ਦੇ ਪਹੁੰਚੇ ਤੋਂ ਉੱਪਰ ਸੀ ਜੁੱਤੀ ਨਹੀਂ ਲਾਈ ਸੀ ਉਹਦੀ ਜੁੱਤੀ ਤੇ ਕਿੱਟਿਆਂ ਤੇ ਹੱਥਾਂ ਦੇ ਖੂਨ ਦੇ ਛਿੱਟੇ ਸੀ ਖੂਜ ਦੇ ਚਵੱਚੇ ਚ ਪਾਣੀ ਖੜਾ ਠਰਿਆ ਪਿਆ ਸੀ ਪਹਿਲਾਂ ਜੁੱਤੀ ਧੋਤੀ ਕਿੱਟੇ ਹੱਥ ਤੇਰਾ ਲਿਬੜੇ ਦਾਤ ਮਰੇ ਸੱਪ ਦੀ ਪੂੰਛ ਫੜ ਕੇ ਸੁੱਟਣ ਵਾਲਾ ਉਹਨੇ ਖੂਜ ਦਾ ਥਾਉ ਮਾਰਿਆ ਲੋਹੇ ਦਾ ਕਾਲਾ ਨਾਗ ਖੂਜ ਦੇ ਡੂੰਘੇ ਪਾਣੀ ਦੀ ਬਰੇਤੀ ਤੇ ਜਿਵੇਂ ਸਿੱਟ ਕੇ ਬਹਿ ਗਿਆ ਹਮੇਸ਼ਾ ਗਿੱਲੀ ਜੁੱਤੀ ਪੈਰਾਂ 'ਚ ਪਾਈ ਉਹ ਮੈਂ ਭੂਰੇ ਦੀ ਬੁੱਕਲ ਮਾਰ ਕੇ ਸਿੱਟਾ ਘਰ ਪਹੁੰਚੀ ਚਿੱਟਾ
ਕਹਿੰਦਾ ਕੁੜੇ ਟਾਪੋ ਤੂੰ ਤੜਕੇ ਤੜਕੇ ਪੁੱਤ ਕਿੱਥੇ? ਮਾਂ ਨੇ ਪੁੱਛਿਆ। ਢਿੱਡ 'ਚ ਮਰੋੜ ਉੱਠਿਆ ਸੀ ਬੇਬੇ, ਇੰਨਾ ਦਰਦ ਆ ਮੈਂ ਤਾਂ ਬਾਹਰ ਕੰਨੀ ਜਾ ਕੇ ਆਈ ਆ। ਦਿਆਲੋ ਉਹਦੇ ਪੈਰ ਨੇ ਕੁੜੇ ਤੇਰੀ ਜੁੱਤੀ ਪਾਣੀ ਦੇ ਖਾਲ 'ਚ ਵੜ ਗਈ ਸੀ, ਤੂੰ ਆਵਾਂ ਕਣਕਾਂ 'ਚ ਤਰੇਲ ਥੋੜੀ ਪੈਂਦੀ ਆ ਕਿਤੇ, ਮੈਂ ਤਾਂ ਜਮਾ ਭਿੱਜ ਗਈ, ਚਿਕੜੀ ਬਹੁਤ ਆ, ਤੀਵੀਆਂ ਤੇ ਅੱਗੇ ਆ ਗਿਆ, ਤੀਵੀਆਂ ਗਹੀਰਿਆਂ ਦੇ ਓਲੇ ਬੈਠ ਜਾਣੀਆਂ, ਮੈਂ ਤਾਂ ਪਰੇ ਗਈ ਸੀ ਕਣਕਾਂ 'ਚ। ਰਾਂਡੇ 'ਚ ਗਈ ਪੂਰਾ ਲਾ ਕੇ ਚੱਕੀ ਨੂੰ ਯਾਦ ਹੈ ਵੀ ਦਾਹ ਦਿੱਤੀ, ਪੰਪ ਗੇੜ ਕੇ ਪਾਣੀ ਦੀ ਬਾਲਟੀ ਭਰਨੀ, ਫਿਰ ਆਪਣੀ ਜੁੱਤੀ ਤੋਂ ਪੂਣੀਆਂ ਤੱਕ ਬਾਹਾਂ ਧੋਤੀਆਂ, ਗੋਡਿਆਂ ਤੋਂ ਥੱਲੇ ਲੱਤਾਂ ਧੋਤੀਆਂ, ਮੂੰਹ ਧੋ ਲਿਆ ਐਨ ਰਗੜ ਕੇ। ਦਿਆਲੋ ਆਖਦੀ ਨਹੀਂ ਤੂੰ ਤੱਤਾ ਪਾਣੀ ਕਰ ਲੈਂਦੀ, ਪੰਪ ਦਾ ਹੇਠਲਾ ਪਾਣੀ ਮਾਂ ਨਿੱਘਾ ਹੁੰਦਾ, ਜੁੱਤੀ ਨੂੰ ਕੀ ਹੋ ਗਿਆ? ਪਾਣੀ ਨਾਲ ਧੋ ਲਿਆ, ਇਹ ਚੰਮ ਟੁੱਟ ਜੂ ਪੁੱਤ, ਤੂੰ ਪੁੱਛ ਕੇ ਤਾਂ ਕਰਿਆ ਕਰ, ਤੇਰਾ ਦਿਮਾਗ ਕਿੱਥੇ ਹੈ? ਸਾਰਾ ਕੁਛ ਧੋ ਕੇ ਠੰਡੇ ਪਾਣੀ ਦੇ ਨਾਲ ਜਦ ਹੁਣ ਮਾਂ ਵੱਲ ਮੂੰਹ ਕੀਤਾ ਤਾਂ ਦਿਆਲੋ ਕਹਿੰਦੀ ਕੁੜੇ ਹੁਣ ਤੂੰ ਸੁਰਤ 'ਚ ਲੱਗਦੀ ਅੱਗੇ ਨਾਲੋਂ, ਤੇਰਾ ਚਿਹਰਾ ਹੀ ਬਦਲ ਗਿਆ ਅੱਜ। ਬਸ ਮਾਂ ਸਾਜਰੇ ਜਾਇਆ ਹੀ, ਬਸ ਆ ਮਨ ਦਾ ਜਿਹੜਾ ਢਿੱਡ ਦਾ ਅਕੜਾ ਨੇ ਪਤਾ ਨਹੀਂ ਕੀ ਜ਼ੋਰ ਪਾਇਆ, ਜਦ ਮੈਂ ਜਾ ਕੇ ਮੁੜੀਆਂ ਮੈਨੂੰ ਵੀ ਐਂ ਲੱਗਿਆ ਮੈਂ ਤਾਜੀ ਤਰਾਈ ਹੋਈ। ਹੁਣ ਪੁੱਤ ਤੈਨੂੰ ਹੋਰ ਤਾਂ ਨਹੀਂ ਡਰ ਕੋਈ? ਮੈਨੂੰ ਦੱਸ ਦੇ ਧੀ ਮੇਰੀ ਬਣ ਕੇ। ਨਾ 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 ਕੁਛ ਨਹੀਂ ਹੈ, ਜਮਾ ਹੀ ਕੁਛ ਨਹੀਂ ਬੇਬੇ, ਜਮਾ ਹੀ ਠੀਕ ਹੋ ਗਈ ਮੈਂ। ਦਿਆਲੋ ਦੂਜੇ ਦਿਨ ਬੜਬੜ ਕਰਦੀ ਫਿਰਦੀ ਸੀ। ਲੋਕ ਚੀਜ਼ ਲੈ ਜਾਂਦੇ ਨੇ, ਮੋੜ ਕੇ ਦੇਣ ਦਾ ਨਾਂ ਨਹੀਂ ਲੈਂਦੇ, ਦਾਤ ਪਤਾ ਨਹੀਂ ਕਿੱਥੇ ਗਿਆ। ਚਲ ਬੇਬੇ ਦਾਤ ਆਪਾਂ ਕੀ ਕਰਨਾ, ਦਾਤ ਆਪਾਂ ਹੋਰ ਲੈ ਆਵਾਂਗੇ, ਦਾਤ ਦਾ ਨਹੀਂ ਕੋਈ ਦਾ। ਝੋਟੇ ਦਾ ਤਾਂ ਕਾਲੇ ਦਾ ਫਸਟਾ ਵੱਡਿਆ, ਪ੍ਰਤਾਪੀ ਦਾ ਹੋ ਗਿਆ ਕਾਲਾ ਝੋਟਾ। ਰਾਮਸੂ ਪਣਖੀ ਜੀ ਦੀ ਕਹਾਣੀ ਉਹਨਾਂ ਦੀ ਕਿਤਾਬ ਪ੍ਰਤਾਪੀ ਦੇ ਵਿੱਚੋਂ ਤੁਹਾਨੂੰ ਸੁਣਾਈ ਹੈ ਮੈਂ। ਉਹਨਾਂ ਦੇ ਨਾਵਲ ਨੇ ਜਿਹੜੇ ਖਾਸ ਤੌਰ ਤੇ ਦੁੱਲੇ ਦੀ ਟਾਪ, ਕੋਠੇ ਖੜਕ ਸਿੰਘ, ਉਹ ਬਹੁਤ ਕਾਇਮ ਨੇ। ਬੋਲੀ ਪਿੰਡਾਂ ਦੀ ਗਰੀਬੀ ਜਿਹੜੀ ਬਹੁਤ ਕੁਛ ਹੈ ਉਹਦੇ ਵਿੱਚ। ਮਿਸਰਾ ਬੂਟਾ ਸਿੰਘ ਸ਼ਾਦ ਹੋਇਆ, ਜੱਗੀ ਗੁੱਸਾ ਹੋਇਆ, ਤੇ ਇਹ ਜਿਹੜੀਆਂ ਕਹਾਣੀਆਂ ਉਸਤਾਦ ਗੁਰਦਿਆਲ ਸਿੰਘ ਉਹਨਾਂ ਦੀਆਂ ਕਹਾਣੀਆਂ ਤੇ ਬਾਬੇ ਕੰਵਲ ਦੀਆਂ ਪਿਛਲੇ 11-12 ਵਰ੍ਹੇ ਤੋਂ ਕਹਾਣੀਆਂ ਦੇ ਗਰੇਲਾ ਤੇ ਆਪਾਂ ਕਹਾਣੀਆਂ ਬਣਾ ਲਈਦੀਆਂ ਨੇ। ਫਿਰ ਵੀ ਚਲੋ ਨਾਵਲ ਦੇ ਵਿੱਚੋਂ ਮਿਹਨਤ ਹੁੰਦੀ ਹੈ, ਕਹਾਣੀਆਂ ਲਿਖਦੇ ਘੱਟ ਨੇ ਲੇਖਕ, ਨਾਵਲ ਤਾਂ ਲਿਖ ਦਿੰਦੇ ਨੇ, ਜਾਂ ਫਿਰ ਜਿਹੜੀਆਂ ਲਿਖਦੇ ਨੇ ਉਹ 2 ਸਫ਼ਿਆਂ ਦੀਆਂ ਹੁੰਦੀਆਂ ਨੇ, ਫਿਰ ਉਹ ਤੁਹਾਡੇ ਊਂ ਨਹੀਂ ਸੂਤ ਆਉਂਦੀਆਂ। 5-7 ਮਿੰਟ ਵਾਲੀ ਨੂੰ ਤਾਂ ਗਿਣਦੇ ਹੀ ਨਹੀਂ। ਹੁਣ ਤੁਸੀਂ 25 ਮਿੰਟ ਤੇ ਲਾ ਲਈ ਗੱਲ, ਆਪਾਂ ਪਹਿਲਾਂ 5-7 ਮਿੰਟ ਤੇ ਹੁੰਦੀਆਂ ਸੀ। ਤੇ ਐਨੀਵੇਜ਼ ਤੇ ਸਮਾਜ ਦੇ ਵਿੱਚ ਇਸਤਰੀ ਦਾ ਜਿਹੜਾ ਸਥਾਨ ਆ, ਕੱਲ ਵੀ ਆਪਾਂ ਗੱਲ ਕਰਦੇ ਸੀ, ਇਹ ਧਰਮ ਦੇ ਮੰਦਿਰਾਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਵਿੱਚ ਇਹੋ ਜਿਹਾ ਕੁਛ ਜਦ ਹੁੰਦਾ ਹੈ, ਫਿਰ ਜਿਹੜਾ ਆਪਣੇ ਹੱਥੀਂ ਕਹਾਣੀ ਜਿਹੜੀ ਹੁੰਦੀ ਹੈ ਉਹ ਖੁਦ ਹੀ ਉਹ ਕਰਦੇ। ਇਹਦੇ 'ਚ ਤੁਸੀਂ ਹੁਣ ਵੇਖਿਆ ਕਿ ਮਾਨਸਿਕ ਰੋਗੀ ਹੋ ਗਈ ਤੇ ਅਖੀਰ ਪ੍ਰਤਾਪੀ ਨੇ ਫਿਰ ਆਪਣਾ ਕੰਮ ਆਪੇ ਕਰਤਾ। ਖੁਸ਼ੀ ਜਿਹੜੀ ਹੈ ਨਾ, ਪਿਛਲੇ ਦਿਨੀ ਇੱਕ ਵੀਕਐਂਡ ਤੇ ਗੈਦਰਿੰਗ ਸੀ, ਗੁਰਚਰਨ ਸਿੰਘ ਬਰਾੜ ਉਹਨਾਂ ਦੀ ਸੋਸਣ ਵਾਲਿਆਂ ਦੇ ਪੁੱਤਰ ਹਰਵੀਰ ਦਾ ਮੰਗਣਾ ਸੀ। ਬਿੱਕਰ ਸਿੰਘ ਸੋਸਣ ਬਹੁਤ 9 ਬਜ਼ੁਰਗਾਂ ਦਾ ਗੁਰਚਰਨ ਸਿੰਘ ਬਰਾੜ ਉਹਨਾਂ ਦੇ ਰਿਹਾ, ਤੇ ਸੁੱਚਾ ਸਿੰਘ ਪੱਡਾ ਉਹਨਾਂ ਨਾਲ ਮੈਂ ਬੈਠ ਕੇ ਕੁਝ ਗੱਲਾਂ ਕਰਨ ਲੱਗ ਗਿਆ। ਬਾਈ ਜੀ ਭਾਵੁਕ ਹੋ ਕੇ ਕਹਿੰਦੇ ਮੇਰੇ ਘਰੇ 2 ਰੱਬ ਨੇ ਬਾਈ ਜੀ, 2। ਮੈਂ ਕਿਵੇਂ? ਕਿਉਂਕਿ 99 ਸਾਲ ਦੇ ਮੇਰੇ ਮਾਤਾ ਹੋ ਗਏ, 99। ਮੈਂ ਆਪਣੀ ਮਾਂ ਨੂੰ ਰਾਤ ਨੂੰ ਜਦ ਜਾਣਾ ਜ਼ਰੂਰ ਮਿਲਦਾ, ਲੇਟ ਵੀ ਜਾਵਾਂ, ਉਹ ਆਪਣਾ ਆਪ ਕਾਰ ਵਿਹਾਰ ਕਰਦੇ ਨੇ, ਉੱਠਦੇ ਨੇ, ਵਾਸ਼ਰੂਮ ਜਾਂਦੇ। ਤੇ ਉਧਰੋਂ ਮੇਰਾ ਪੋਤਾ, ਤੇ ਉਹ ਖੇਲੀਆਂ ਕਰਦਾ, 4 ਪੀੜ੍ਹੀਆਂ ਇੱਕ ਛੱਤ ਥੱਲੇ। ਇਹ ਸ਼ੁਕਰ ਹੈ, ਇਦੋਂ ਵੱਡਾ ਸ਼ੁਕਰ ਨਹੀਂ ਹੈ ਜੇ ਕਿਤੇ 4 ਪੀੜ੍ਹੀਆਂ ਇੱਕ ਛੱਤ ਥੱਲੇ ਰਹਿ ਰਹੀਆਂ। ਬੱਲੇ ਬੱਲੇ ਹੈ। ਪੈਸੇ ਪੂਸੇ ਵਾਲੇ ਦੀ ਗੱਲਾਂ, ਕਹਿੰਦੇ ਮਹਿੰਗੀਆਂ ਗੱਡੀਆਂ ਗੁੱਡੀਆਂ ਦੀਆਂ ਗੱਲਾਂ, ਇਹ ਤਾਂ ਕਿਸੇ ਪਾਸੇ ਵੀ ਨਹੀਂ ਹੈ। ਜੀਆਂ ਦੀ ਸੁੱਖ ਚਾਹੀਦੀ, ਐਸਾ ਧੇਲਾ ਗੱਡੀਆਂ ਛੱਡੀਆਂ ਨੇ, ਕੁਛ ਨਹੀਂ ਤੁਹਾਨੂੰ ਖੁਸ਼ੀ ਦੇ ਸਕਦੀਆਂ। ਅੰਦਰੋਂ ਵਿਰਲ ਪਈ ਹੁੰਦੀ ਹੈ, ਵਿਰਲ ਬੰਦੇ ਦੇ।
ਸਾਰਿਆਂ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਹੈ। ਐਡੇ ਵੱਡੇ ਗੁਰੂ ਦੇ ਵੱਡੇ ਸ਼ਹੀਦੀ ਦਿਨ ਤੇ ਅਸੀਂ ਇਹ ਸੁਨੇਹਾ ਨਾ ਬਾਰ ਦੇ ਸਕੇ। ਯੂਨਾਈਟਿਡ ਨੇਸ਼ਨ ਦੇ ਵਿੱਚ ਧਰਮ ਬਚਾਉਣ ਦੇ ਲਈ ਇੱਡੀ ਵੱਡੀ ਸ਼ਹੀਦੀ ਹੈ ਜਿਹੜੀ, ਹਲੇ ਵੀ ਲੇਟ ਨਹੀਂ, ਹਲੇ ਵੀ ਕੋਸ਼ਿਸ਼ ਕਰੀਏ। ਸੋ ਹੀ ਭਰਾਵਾਂ ਦੀ ਕਵੀਸ਼ਰੀ ਤੁਹਾਡੇ ਲਈ। ਕੱਲ੍ਹ ਨੂੰ ਮੁੜਦਾ ਜੀ ਫੇਰ, ਰੱਬ ਰੱਖਾ।